गुरु वाहेगुरु 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 वाहेगुरु। सतगुਰਾਂ जी ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਅੱਜ ਆਪਾਂ ਨੇ ਅੰਕ ਨੰਬਰ 7 ਤੋਂ ਸਹਿਜ ਪਾਠਤਾ ਦੀ ਆਰੰਭਤਾ ਕਰਨੀ ਹੈ। ਆਓ ਬੜੀ ਹੀ ਇਕਾਗਰਤਾ ਦੇ ਨਾਲ ਆਪ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। धर्म खंड का एहो धर्म धर्म खंड का एहो धर्म ज्ञान खंड का आखू करम ज्ञान खंड का आखो करम केते पवन पानी व संतर केते पवन पानी व संतर केते कान महेश केते कान महेश केते भर में काट कड़िए केते बर में काट कड़िया रूप रंग के वेश रूप रंग के वेश केतिया करम भूमि केतिया करम भूमि मेर केते मेर केते केते तूप देश केते तूप देश केते इंद चंद केते इंद चंद सुर केते केते मंडल देश सूर केते केते मंडल देश केते सिद्ध बुद्ध केते सिद्ध बुद्ध नाथ केते केते नाथ केते देवी वेश केते देवी वेश केते देव दानव केते देव दानव मुन केते केते रतन समुंद मुन केते केते रतन समुंद केतिया खाणी केतिया बाणी केतिया खानी केतिया बाणी केते पात नरिंद केते पात नरिंद केतिया सुरती सेवक केते केतिया सुरती सेवक केते नानक अंत ना अंत ज्ञान अंत न अंत। ਹੁਣ ਅਸੀਂ ਪਹੁੰਚਣਾ ਹੈ ਸੱਚਖੰਡ ਤੱਕ ਜਿੱਥੇ ਨਿਰੰਕਾਰ ਵਸਦਾ ਹੈ। ਪਰ ਕਿਹੜੇ ਕਿਹੜੇ ਪੜਾਅ ਵਿੱਚ ਆਉਣਗੇ ਜਿਨ੍ਹਾਂ ਦੇ ਵਿੱਚ ਦੀ ਲੰਘ ਕੇ ਅਸੀਂ ਸੱਚਖੰਡ ਪਹੁੰਚਣਾ ਹੈ। ਕਿਉਂਕਿ ਅਸੀਂ ਸੋਚਦੇ ਹਾਂ ਕਿ ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਸਿਮਰਨ ਕਰਨ ਦੀ ਲੋੜ ਨਹੀਂ, ਗੁਰਬਾਣੀ ਦਾ ਗਿਆਨ ਲੈਣ ਦੀ ਲੋੜ ਨਹੀਂ। ਭਾਈ ਸਾਹਿਬ ਜੀ ਅਰਦਾਸ ਕਰ ਹੀ ਦੇਣਗੇ ਅਖੀਰ ਦੇ ਵਿੱਚ ਕਿ ਬਾਬਾ ਜੀ ਇਹਨਾਂ ਨੂੰ ਸੱਚਖੰਡ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਰ ਆਪਾਂ ਕਿਸੇ ਦੇ ਭਰੋਸੇ ਤੇ ਨਹੀਂ ਰਹਿਣਾ ਕਿ ਸਾਡੀ ਕੋਈ ਅਰਦਾਸ ਕਰੇਗਾ। ਅਸੀਂ ਤੇ ਗੁਰੂ ਨਾਨਕ ਦੇ ਸਿਧਾਂਤ ਨੂੰ ਮੰਨਣਾ ਹੈ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਆਪਣੇ ਹੱਥਾਂ ਦੇ ਨਾਲ ਆਪਣਾ ਕਾਰਜ ਆਪ ਸਵਾਰਨਾ ਹੈ। ਅਸੀਂ ਜਿਉਂਦੇ ਜੀ ਸੱਚਖੰਡ ਤੱਕ ਪਹੁੰਚਣਾ ਹੈ। ਕਿਵੇਂ ਪਹੁੰਚਿਆ ਜਾਵੇਗਾ? ਜਪਜੀ ਸਾਹਿਬ ਦੀ ਬਾਣੀ ਨੇ ਸਾਨੂੰ ਦੱਸਿਆ ਹੈ। ਪਹਿਲਾ ਖੰਡ ਹੈ ਧਰਮ ਖੰਡ, ਤੇ ਧਰਮ ਖੰਡ ਦੀ ਅਵਸਥਾ 34 ਨੰਬਰ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੱਸੀ ਹੈ।
ਧਰਮ ਦਾ ਅਰਥ ਹੁੰਦਾ ਹੈ ਫਰਜ਼, ਡਿਊਟੀ, ਸਾਡਾ ਕਰਤੱਵ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਿੱਛੇ ਦੱਸਿਆ ਹੈ ਕਿ ਧਰਮ ਖੰਡ ਦੇ ਵਿੱਚ ਇਹ ਜਿਹੜੀ ਧਰਤੀ ਪ੍ਰਮਾਤਮਾ ਨੇ ਥਾਪੀ ਹੈ, ਜਿੱਥੇ ਅਸੀਂ ਧਰਮ ਕਮਾਉਣਾ ਹੈ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਸਾਡਾ ਫਰਜ਼ ਹੈ, ਇਹ ਸਾਡੀ ਡਿਊਟੀ ਹੈ। ਨਾਲ ਇਹ ਗੱਲ ਵੀ ਦੱਸੀ ਮਹਾਰਾਜ ਨੇ ਕਿ ਇਸ ਧਰਤੀ ਦੇ ਉੱਤੇ ਅਨੇਕਾਂ ਹੀ ਜੀਵ ਹਨ, ਉਹਨਾਂ ਦੇ ਅਨੇਕਾਂ ਹੀ ਨਾਮ ਹਨ। ਇਹ ਧਰਮ ਖੰਡ ਦੀ ਅਵਸਥਾ ਦੇ ਵਿੱਚ ਪਤਾ ਲੱਗਦਾ ਹੈ। ਪਰ ਇੱਕ ਗੱਲ ਸਭ ਦੇ ਨਾਲ ਹੈ, ਕਰਮੀ ਕਰਮੀ ਹੋਏ ਵਿਚਾਰ। ਸਭ ਦੇ ਕਰਮਾਂ ਦੀ ਵਿਚਾਰ ਹੋ ਰਹੀ ਹੈ ਉਹਦੇ ਦਰ ਤੇ। ਸੱਚਾ ਆਪ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ। ਤਿੱਥੈ ਸੋਹਣ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਇਹ ਧਰਮ ਖੰਡ ਦੀ ਅਵਸਥਾ ਹੈ। ਪਹਿਲਾਂ ਆਪਾਂ ਨੇ ਧਰਮੀ ਬਣਨਾ ਹੈ, ਧਰਮ ਨੂੰ ਕਮਾਉਣਾ ਹੈ। ਕਿਵੇਂ ਕਮਾਇਆ ਜਾ ਸਕਦਾ ਹੈ? ਜੋ ਗੁਰ ਕਹਿ ਸੋਈ ਭਲ ਮਾਨੋ। ਜਿਸ ਰਸਤੇ ਦੇ ਉੱਤੇ ਸਤਿਗੁਰੂ ਜੀ ਸਾਨੂੰ ਤੁਰਨ ਵਾਸਤੇ ਕਹਿ ਰਹੇ ਨੇ, ਉਸ ਰਸਤੇ ਦੇ ਉੱਤੇ ਸਤ ਬਚਨ ਕਹਿ ਕੇ ਤੁਰੋ। ਤੇ ਜਦੋਂ ਅਸੀਂ ਤੁਰਨਾ ਸ਼ੁਰੂ ਕਰ ਦਿੱਤਾ, ਅਸੀਂ ਧਰਮ ਖੰਡ ਵਿੱਚ ਪ੍ਰਵੇਸ਼ ਹੋ ਗਏ। ਦੇਖੋ ਸੱਚਖੰਡ ਦੇ ਵਿੱਚ ਕਿਵੇਂ ਪਹੁੰਚਿਆ ਜਾਂਦਾ ਹੈ। ਅਸੀਂ ਕਿਸੇ ਦੇ ਭਰੋਸੇ ਤੇ ਨਹੀਂ ਰਹਿਣਾ। ਮੈਂ ਦੁਬਾਰੇ ਫੇਰ ਬੇਨਤੀ ਕਰ ਰਿਹਾ ਹਾਂ, ਅਸੀਂ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਚੱਲਣਾ ਹੈ ਕਿ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅਸੀਂ ਤੇ ਆਪ ਨਾਮ ਜਪ ਕੇ ਜਾਣਾ ਹੈ। ਮਹਾਰਾਜ ਆਖਦੇ ਨੇ ਧਰਮ ਖੰਡ ਕਾ ਇਹੋ ਧਰਮ। ਇਹ ਇਕੱਠਾ ਪਾਠ ਕਰਨਾ ਹੈ। ਇੱਥੇ ਦੇਖੋ ਸ਼ਬਦ ਆਇਆ ਹੈ ਇਹੋ। ਇਸ ਨੂੰ ਇਹੋ ਪੜਾਂਗੇ। ਜੇ ਹਾਹੇ ਦੇ ਉੱਤੇ ਹੋੜਾ ਲੱਗਿਆ ਹੈ ਤੇ ਫਿਰ ਪੜਾਂਗੇ ਇਹੋ। ਜਿੱਥੇ ਆਉਂਦਾ ਹੈ ਈੜੀ ਨੂੰ ਸਿਹਾਰੀ, ਹਾਹੇ ਨੂੰ ਔਂਕੜ, ਉਹਨੂੰ ਕੀ ਪੜਨਾ ਹੈ? ਇਹ। ਜਿੱਥੇ ਈੜੀ ਨੂੰ ਲਾਂ ਤੇ ਹਾਹੇ ਨੂੰ ਔਂਕੜ ਆਵੇ, ਉਸ ਨੂੰ ਕੀ ਪੜਨਾ ਹੈ? ਉਸ ਨੂੰ ਵੀ ਇਹ ਪੜਨਾ ਹੈ। ਜੇ ਇਸ ਤਰ੍ਹਾਂ ਦਾ ਰੂਪ ਆਵੇ, ਈੜੀ ਨੂੰ ਲਾਂ ਤੇ ਹਾਹੇ ਨੂੰ ਹੋੜਾ, ਤੇ ਫਿਰ ਕੀ ਪੜਾਂਗੇ? ਇਹੋ। ਇਹ ਯਾਦ ਰੱਖਿਓ। ਧਰਮ ਖੰਡ ਕਾ ਇਹੋ ਧਰਮ। ਧਰਮ ਖੰਡ ਦਾ ਇਹ ਫਰਜ਼ ਹੈ ਜੋ 34 ਨੰਬਰ ਪੌੜੀ ਦੇ ਵਿੱਚ ਦੱਸਿਆ ਹੈ। ਇਹ ਅਵਸਥਾ ਹੈ ਇੱਕ ਧਰਮ ਖੰਡ ਦੀ। ਦੂਜਾ ਖੰਡ ਕੀ ਹੈ? ਗਿਆਨ ਖੰਡ। ਜਿਵੇਂ ਮੰਨ ਲਓ ਆਪਾਂ ਬੋਰੀਵਲੀ ਤੋਂ ਚੱਲ ਕੇ ਅੰਧੇਰੀ ਜਾਣਾ ਹੋਵੇ, ਪਹਿਲਾਂ ਕੀ ਆਵੇਗਾ? ਕਾਂਦੇਵਲੀ। ਫਿਰ ਅੱਗੇ ਮਲਾੜ ਆਵੇਗਾ, ਮਲਾੜ ਤੋਂ ਅੱਗੇ ਗੋਰੇਗਾਂव ਆਣਾ ਹੈ, ਫਿਰ ਜੋਗੇਸ਼ਵਰੀ ਤੇ ਫਿਰ ਅੰਧੇਰੀ। ਸਿੱਧੇ ਤੇ ਨਹੀਂ ਪਹੁੰਚ ਸਕਦੇ ਆਪਾਂ। ਚਾਹੇ ਤੁਸੀਂ ਉੱਡ ਕੇ ਵੀ ਜਾਓ, ਉੱਡ ਕੇ ਵੀ ਤੇ ਉੱਪਰ ਨੂੰ ਹੀ ਉੱਡੋਗੇ ਨਾ। ਇਹ ਜਿੰਨੇ ਰਸਤੇ ਦੇ ਸਟੇਸ਼ਨ ਨੇ ਉਹ ਆਣਗੇ ਤੇ ਫਿਰ ਵੀ ਨਾ, ਭਾਵੇਂ ਆਪਾਂ ਨਾ ਰੁਕੀਏ, ਉਹਨਾਂ ਦਾ ਏਰੀਆ ਤੇ ਫਿਰ ਵੀ ਆਏਗਾ ਨਾ। ਇਸੇ ਤਰ੍ਹਾਂ ਆਪਾਂ ਨੇ ਪਹੁੰਚਣਾ ਹੈ ਸੱਚਖੰਡ। ਤੇ ਸੱਚਖੰਡ ਪਹੁੰਚਣ ਵਾਸਤੇ ਪਹਿਲਾ ਜੋ ਸਟੇਸ਼ਨ ਹੈ, ਪਹਿਲਾ ਪੜਾਅ ਹੈ, ਉਹ ਹੈ ਧਰਮਖੰਡ। ਅਸੀਂ ਧਰਮੀ ਬਣਨਾ ਹੈ। ਕੇਵਲ ਦਿਖਾਵੇ ਦਾ ਧਰਮੀ ਨਹੀਂ ਕਿ ਲਿਬਾਸ ਪਾ ਲਿਆ ਧਰਮ ਦਾ,
ਗੁਰੂ ਸਾਹਿਬ ਦੀ ਗੱਲ ਨੂੰ ਕਮਾਉਣਾ ਹੈ ਕਿ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਨੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਤੇ ਮਹਾਰਾਜ ਜੀ ਅਗਲਾ ਜਿਹੜਾ ਪੜਾਅ ਹੈ ਉਹ ਹੈ ਗਿਆਨ ਖੰਡ ਕਾ ਆਖੋ ਕਰਮ। ਹੁਣ ਕਿਰਪਾ ਕਰਕੇ ਸਾਨੂੰ ਗਿਆਨ ਖੰਡ ਦਾ ਕਰਮ ਵੀ ਦੱਸ ਦਵੋ, ਗਿਆਨ ਖੰਡ ਦੀ ਅਵਸਥਾ ਦੱਸ ਦਵੋ। ਤੇ ਸਤਿਗੁਰੂ ਜੀ ਦੱਸ ਰਹੇ ਨੇ ਫਿਰ ਜਦੋਂ ਬੰਦਾ ਧਰਮ ਨੂੰ ਕਮਾਉਣਾ ਸ਼ੁਰੂ ਕਰਦਾ ਹੈ ਤੇ ਫਿਰ ਉਸ ਨੂੰ ਗਿਆਨ ਹੁੰਦਾ ਹੈ। ਜਦੋਂ ਗਿਆਨ ਹੋਇਆ ਫਿਰ ਅਕਾਲ ਪੁਰਖ ਪਰਮਾਤਮਾ ਦੀ ਬੇਅੰਤ ਰਚਨਾ ਉਸ ਨੂੰ ਦਿਖਦੀ ਹੈ ਕਿ ਕੇਤੇ ਪਵਨ ਪਾਣੀ ਵੈ ਸੰਤਰ। ਇੱਥੇ ਵਿਸ਼ਰਾਮ। ਪਵਨ ਪਾਣੀ ਇੱਕ ਬੱਬੇ ਨਾਲ ਵੀ ਆਉਂਦਾ, ਵੈ ਸੰਤਰ ਇਹ ਵਾਵੇ ਨਾਲ ਹੈ, ਵੈ ਸੰਤਰ। ਪਰਮਾਤਮਾ ਦੀ ਰਚਨਾ ਦੇ ਵਿੱਚ ਕਿੰਨੇ ਹੀ ਤਰ੍ਹਾਂ ਦੀ ਹਵਾ ਹੈ, ਕਿੰਨੇ ਹੀ ਤਰ੍ਹਾਂ ਦਾ ਪਾਣੀ ਹੈ, ਕਿੰਨੇ ਹੀ ਤਰ੍ਹਾਂ ਦੀ ਅੱਗ ਹੈ। ਕੇਤੇ ਕਾਨ ਮਹੇਸ਼। ਜਦੋਂ ਇਹ ਕਾਨ ਸ਼ਬਦ ਪੜ੍ਹਨਾ ਹੈ ਨਾ, ਥੋੜਾ ਜਿਹਾ ਭਾਰਾ ਕਰਕੇ ਬੋਲਣਾ ਹੈ ਤਾਂ ਕਿ ਨੰਨੇ ਦੇ ਨਾਲ ਥੋੜੀ ਹਾਹੇ ਦੀ ਆਵਾਜ਼ ਆਵੇ। ਕਾਨ ਇਹ ਕ੍ਰਿਸ਼ਨ ਜੀ ਵਾਸਤੇ ਵਰਤਿਆ ਹੈ। ਕਾਨ ਉਸ ਦੀ ਰਚਨਾ ਦੇ ਵਿੱਚ ਕਿੰਨੇ ਹੀ ਕ੍ਰਿਸ਼ਨ ਹਨ ਤੇ ਕਿੰਨੇ ਹੀ ਸ਼ਿਵ ਜੀ ਹਨ। ਇੱਕ ਗੱਲ, ਇਹ ਸਾਰੀਆਂ ਗੱਲਾਂ ਜੋ ਮਹਾਰਾਜ ਜੀ ਬਾਣੀ ਵਿੱਚ ਦੱਸ ਰਹੇ ਨੇ, ਸਾਨੂੰ ਕਿਉਂ ਨਹੀਂ ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਹੁੰਦਾ? ਕਿਉਂਕਿ ਅਸੀਂ ਗਿਆਨ ਖੰਡ ਵਿੱਚ ਪਹੁੰਚੇ ਹੀ ਨਹੀਂ। ਅਸੀਂ ਹੁਣ ਖੂਹ ਦੇ ਡੱਡੂ ਹਾਂ ਤੇ ਖੂਹ ਦਾ ਡੱਡੂ ਜਿਹੜਾ ਸਾਰੀ ਜ਼ਿੰਦਗੀ ਖੂਹ ਵਿੱਚ ਰਿਹਾ ਹੈ, ਉਸ ਨੂੰ ਆਖੋ ਕਿ ਸਮੁੰਦਰ ਬਹੁਤ ਵੱਡਾ ਹੈ। ਜੇਕਰ ਉਹ ਸਾਡੀ ਗੱਲ ਨੂੰ ਮੰਨੇਗਾ ਵੀ ਤੇ ਪਤਾ ਕੀ ਹੋਏਗਾ, ਇੱਕ ਛਾਲ ਮਾਰ ਕੇ ਇੰਨਾ ਕੁ ਵੱਡਾ ਹੋਵੇਗਾ ਸਮੁੰਦਰ। ਆਪਾਂ ਕਹਾਂਗੇ ਨਹੀਂ ਇਸ ਤੋਂ ਵੀ ਵੱਡਾ ਹੈ, ਉਹ ਉੱਤੋਂ ਵੱਡੀ ਛਾਲ ਮਾਰੇਗਾ ਤੇ ਕਹੇਗਾ ਇੰਨਾ ਕੁ ਵੱਡਾ ਹੈ। ਆਪਾਂ ਕਹਾਂਗੇ ਨਹੀਂ ਇਸ ਤੋਂ ਵੀ ਬਹੁਤ ਵੱਡਾ, ਉਹ ਹੋਰ ਜ਼ੋਰ ਲਾ ਕੇ ਛਾਲ ਮਾਰੇਗਾ, ਉਸ ਦਾ ਵੀ ਜ਼ੋਰ ਪੂਰਾ ਲੱਗ ਲਵੇਗਾ। ਉਹ ਕਹੇਗਾ ਕਿ ਇਸ ਤੋਂ ਵੱਡਾ ਤੇ ਹੋ ਹੀ ਨਹੀਂ ਸਕਦਾ। ਸਾਡੀ ਇਹ ਹਾਲਤ ਹੈ। ਅਸੀਂ ਧਰਮ ਖੰਡ ਵਿੱਚ ਪ੍ਰਵੇਸ਼ ਨਹੀਂ ਹੋਏ ਤੇ ਗਿਆਨ ਖੰਡ ਵਿੱਚ ਕਿਵੇਂ ਪ੍ਰਵੇਸ਼ ਹੋ ਸਕਦੇ ਹਾਂ? ਅਗਲਾ ਸ਼ਰਮ ਖੰਡ ਹੈ, ਫਿਰ ਕਰਮ ਖੰਡ ਹੈ। ਪਰ ਸਾਡੇ ਮਨ ਵਿੱਚ ਇਹ ਇੱਕ ਗੱਲ ਆ ਗਈ ਕਿ ਅਸੀਂ ਤੇ ਸਿੱਧੇ ਸੱਚ ਖੰਡ ਵਿੱਚ ਹੀ ਪ੍ਰਵੇਸ਼ ਕਰਨਾ ਹੈ। ਨਹੀਂ ਕਰ ਸਕਾਂਗੇ। ਇਹ ਗੱਲ ਆਪਣੇ ਹਿਰਦੇ ਵਿੱਚ ਵਸਾ ਲਵੋ। ਜੇ ਜੀਵਨ ਸਫਲਾ ਕਰਨਾ ਹੈ ਕਿ ਸਿੱਧੇ ਸੱਚਖੰਡ ਵਿੱਚ ਨਹੀਂ ਪਹੁੰਚ ਸਕਦੇ। ਕੇਤੇ ਕਾਨ ਮਹੇਸ਼, ਕਿੰਨੇ ਹੀ ਉਹਦੀ ਰਚਨਾ ਦੇ ਵਿੱਚ ਕ੍ਰਿਸ਼ਨ ਜੀ ਹਨ, ਕਿੰਨੇ ਹੀ ਸ਼ਿਵ ਜੀ ਹਨ। ਕੇਤੇ ਬਰਮੇ ਘਾੜਤ ਘੜੀਆਂ, ਘੜੀਆਂ ਹਾਹੇ ਦੇ ਉੱਤੇ ਬਿੰਦੀ ਲਾ ਕੇ ਪਾਠ ਕਰਨਾ ਹੈ ਕਿਉਂਕਿ ਬਹੁ ਵਚਨ ਆ ਗਿਆ, ਜ਼ਿਆਦਾ ਬ੍ਰਹਮਿਆਂ ਦੀ ਗੱਲ ਆ ਗਈ। ਕਿੰਨੇ ਹੀ ਬਰਮਿਆਂ ਦੀ ਉਹ ਘਾੜਤ ਘੜ ਰਿਹਾ ਹੈ ਤੇ ਉਹਨਾਂ ਬ੍ਰਹਮਿਆਂ ਦਾ ਇੱਕ ਤਰ੍ਹਾਂ ਦਾ ਰੂਪ ਨਹੀਂ ਹੈ। ਰੂਪ ਰੰਗ ਕੇ ਵੇਸ਼, ਉਹਨਾਂ ਦਾ ਕਈ ਤਰ੍ਹਾਂ ਦਾ ਰੂਪ ਹੈ, ਕਈ ਤਰ੍ਹਾਂ ਦਾ ਉਹਨਾਂ ਦਾ ਰੰਗ ਹੈ, ਕਈ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਹੈ। ਅਸੀਂ ਤਾਂ ਇੱਕ ਬ੍ਰਹਮੇ ਨੂੰ ਜਾਣਦੇ ਹਾਂ। ਪਿੱਛੇ ਵੀ ਬੇਨਤੀ ਕੀਤੀ ਸੀ ਮੈਂ, ਪਰ ਇੱਥੇ ਬਹੁਤ ਤਰ੍ਹਾਂ ਦੇ ਬ੍ਰਹਮਾ ਹਨ, ਉਹਨਾਂ ਦੇ ਰੂਪ ਰੰਗ ਤੇ ਪਹਿਰਾਵੇ ਵੀ ਵੱਖਰੇ ਵੱਖਰੇ ਹਨ। ਕੇਤੀਆਂ ਕਰਮ ਭੂਮੀ, ਇੱਥੇ ਰੁਕਣਾ ਹੈ ਪਾਠ ਕਰਨ ਲੱਗੇ। ਆਪਾਂ ਕਿਵੇਂ ਕਰਦੇ ਹਾਂ? ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼। ਪਾਠ ਨੂੰ ਸਹੀ ਵਿਸ਼ਰਾਮ ਦੇ ਕੇ ਕਰੋਗੇ ਤੇ ਉਹਦੇ ਅਰਥ ਬਿਲਕੁਲ ਸਹੀ ਹੋਣਗੇ।
ਕੇਤੀਆਂ ਕਰਮ ਭੂਮੀ ਕੇਤੀਆਂ ਬੇਅੰਤ ਹੀ ਧਰਤੀਆਂ ਹਨ। ਮੇਰ ਕੇਤੇ ਮੇਰੂ ਪਰਬਤ ਉਹ ਵੀ ਪਤਾ ਨਹੀਂ ਕਿੰਨੇ ਕੁ ਹਨ ਵਾਹਿਗੁਰੂ ਦੀ ਰਚਨਾ ਵਿੱਚ। ਕੇਤੇ ਧੂ ਉਪਦੇਸ਼, ਧੂ ਦਾ ਅਰਥ ਹੈ ਧਰੂ ਭਗਤ। ਬੇਅੰਤ ਹੀ ਉਹਦੀ ਰਚਨਾ ਦੇ ਵਿੱਚ ਧਰੂ ਭਗਤ ਹਨ ਤੇ ਉਹਨਾਂ ਦੇ ਉਪਦੇਸ਼ ਹਨ। ਅਸੀਂ ਕਿੰਨੇ ਧਰੂ ਨੂੰ ਜਾਣਦੇ ਹਾਂ? ਇੱਕ ਧਰੂ ਨੂੰ। ਪਰ ਵਾਹਿਗੁਰੂ ਦੀ ਰਚਨਾ ਦੇ ਵਿੱਚ ਧਰੂ ਭਗਤ ਵੀ ਬੇਅੰਤ ਹਨ। ਕੇਤੇ ਇੰਦ ਚੰਦ, ਇੱਥੇ ਵਿਸ਼ਰਾਮ ਦੋ। ਕਿੰਨੇ ਹੀ ਉਹਦੀ ਰਚਨਾ ਦੇ ਵਿੱਚ ਇੰਦਰ ਹਨ ਤੇ ਕਿੰਨੇ ਹੀ ਚੰਦਰਮਾ ਹਨ। ਇਹ ਤਾਂ ਤੁਹਾਡੀ ਸਾਇੰਸ ਮੰਨਦੀ ਹੈ ਨਾ ਅੱਜ ਵੀ ਬਹੁਤ ਚੰਦਰਮਾ ਨੇ, ਬਹੁਤ ਸੂਰਜ ਨੇ। ਸੂਰ ਕੇਤੇ, ਇੱਥੇ ਫੇਰ ਰੁਕਣਾ ਹੈ। ਕਿੰਨੇ ਹੀ ਸੂਰਜ ਹਨ। ਕੇਤੇ ਮੰਡਲ ਦੇਸ਼, ਕਿੰਨੇ ਹੀ ਤਾਰਾ ਮੰਡਲ ਹਨ ਤੇ ਕਿੰਨੇ ਹੀ ਦੇਸ਼ ਹਨ ਉਹਦੀ ਰਚਨਾ ਦੇ ਵਿੱਚ। ਅਸੀਂ ਕੀ ਪੜ੍ਹ ਰਹੇ ਹਾਂ ਜੀ? ਗਿਆਨ ਖੰਡ। ਜਦੋਂ ਗਿਆਨ ਖੰਡ ਦੇ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਇਹ ਸਭ ਸੋਝੀ ਹੋ ਜਾਂਦੀ ਹੈ ਉਸ ਨੂੰ। ਤੇ ਗੁਰੂ ਨਾਨਕ ਸਾਹਿਬ ਨੇ ਇਵੇਂ ਥੋੜੀ ਕਹਿ ਦਿੱਤਾ ਸੀ ਕਿ ਓੜਕ ਓੜਕ ਭਾਲਤ ਕੇ ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਿਤਾਬਾਂ ਅਸੂਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖਿਆ ਲੇਖਿਆ ਹੋਏ ਵਿਨਾਸ਼। ਤੇ ਜਿਨ੍ਹਾਂ ਰਿਸ਼ੀ ਮੁਨੀਆਂ ਨੇ ਲੱਖਾਂ ਪਤਾਲ ਲੱਖਾਂ ਆਕਾਸ਼ ਦੀ ਗੱਲ ਕੀਤੀ ਉਹ ਪਹੁੰਚੇ ਹੋਏ ਸੀ, ਇੱਥੇ ਗਿਆਨ ਖੰਡ ਦੇ ਵਿੱਚ ਪਹੁੰਚੇ ਹੋਏ ਸੀ। ਬੜੇ ਮਹਾਪੁਰਖ ਨੇ ਜਿਹੜੇ ਗਿਆਨ ਖੰਡ ਵਿੱਚ ਹੀ ਰੁਕ ਜਾਂਦੇ ਨੇ, ਅੱਗੇ ਉਹਨਾਂ ਦਾ ਪੜਾਅ ਨਹੀਂ ਹੁੰਦਾ। ਬਹੁਤ ਐਸੇ ਨੇ ਜਿਹੜੇ ਸ਼ਰਮ ਖੰਡ ਵਿੱਚ ਰੁਕ ਗਏ, ਪਰ ਵਿਰਲੇ ਹੁੰਦੇ ਨੇ ਜਿਹੜੇ ਸੱਚਖੰਡ ਤੱਕ ਪਹੁੰਚ ਜਾਂਦੇ ਨੇ। ਅੱਗੇ ਮਹਾਰਾਜ ਕੀ ਕਹਿ ਰਹੇ ਨੇ? ਕੇਤੇ ਸਿੱਧ ਬੁੱਧ ਨਾਥ ਕੇਤੇ, ਇੱਥੇ ਵਿਸ਼ਰਾਮ ਹੈ। ਉਸ ਦੀ ਰਚਨਾ ਵਿੱਚ ਪਤਾ ਨਹੀਂ ਕਿੰਨੇ ਕੁ ਸਿੱਧ ਨੇ, ਕਿੰਨੇ ਕੁ ਮਹਾਤਮਾ ਬੁੱਧ ਹਨ, ਕਿੰਨੇ ਕੁ ਨਾਥ ਹਨ। ਕੇਤੇ ਦੇਵੀ ਵੇਸ, ਬੇਅੰਤ ਹੀ ਉਹਦੀ ਰਚਨਾ ਦੇ ਵਿੱਚ ਦੇਵੀਆਂ ਹਨ ਤੇ ਉਹਨਾਂ ਦੇ ਪਹਿਰਾਵੇ ਹਨ। ਬੇਅੰਤ ਹੀ ਦੇਵੀਆਂ ਹਨ। ਕੇਤੇ ਦੇਵ ਦਾਨਵ, ਇੱਥੇ ਰੁਕਣਾ ਹੈ। ਕਿੰਨੇ ਹੀ ਦੇਵਤੇ ਹਨ ਉਹਦੀ ਰਚਨਾ ਵਿੱਚ, ਕਿੰਨੇ ਹੀ ਦਾਨਵ ਰਾਖਸ਼ ਹਨ। ਮੁਨ ਕੇਤੇ, ਇੱਥੇ ਵਿਸ਼ਰਾਮ। ਮੋਨੀ ਰਿਸ਼ੀ ਜਿਹੜੇ ਬੋਲਦੇ ਨਹੀਂ ਉਹ ਵੀ ਬੇਅੰਤ ਹਨ ਉਹਦੀ ਰਚਨਾ ਵਿੱਚ। ਕੇਤੇ ਰਤਨ ਸਮੁੰਦ, ਕਿੰਨੇ ਹੀ ਰਤਨ ਹਨ ਉਹਦੀ ਰਚਨਾ ਵਿੱਚ ਤੇ ਕਿੰਨੇ ਹੀ ਸਮੁੰਦਰ ਹਨ। ਦੇਖੋ ਦੱਦਾ ਜਿਹੜਾ ਹੈ ਉਹ ਮੁਕਤਾ ਆਇਆ ਹੈ, ਕੋਈ ਉਹਦੇ ਥੱਲੇ ਔਂਕੜ ਨਹੀਂ। ਜੇ ਦੱਦੇ ਦੇ ਥੱਲੇ ਔਂਕੜ ਹੁੰਦੀ ਤੇ ਫਿਰ ਇੱਕ ਸਮੁੰਦਰ ਦੀ ਗੱਲ ਆਉਂਦੀ, ਜਿਹੜਾ ਸਾਡੀ ਧਰਤੀ ਕੋਲ ਹੈ ਇੱਕ ਸਮੁੰਦਰ। ਪਰ ਰਚਨਾ ਦੀ ਗੱਲ ਹੋ ਰਹੀ ਹੈ, ਉਹਦੀ ਸ੍ਰਿਸ਼ਟੀ ਵਿੱਚ ਬਹੁਤ ਸਮੁੰਦਰ ਹਨ। ਸਮੁੰਦ ਕੇਤੀਆਂ ਖਾਣੀ, ਵਿਸ਼ਰਾਮ ਕੇਤੀਆਂ, ਬਿੰਦੀ ਲਾ ਕੇ ਪਾਠ ਹੋਏਗਾ ਇਹ। ਹੁਣ ਖਾਣੀ, ਸਾਡੀ ਜਿਹੜੀ ਸੁਰਤ ਹੈ ਉਹ ਚਾਰ ਖਾਣੀਆਂ ਨੂੰ ਜਾਣਦੀ ਹੈ। ਅੰਡਜ, ਜੇਰਜ, ਸੇਤਜ, ਉਤਪੁਜ। ਖਾਣੀ ਦਾ ਅਰਥ ਹੁੰਦਾ ਜਿਸ ਵਿੱਚੋਂ ਕੋਈ ਚੀਜ਼ ਨਿਕਲਦੀ ਹੋਵੇ। ਜਿਵੇਂ ਅੰਡੇ ਦੇ ਵਿੱਚੋਂ ਬੱਚਾ ਨਿਕਲਦਾ ਹੈ, ਜੇਰ ਵਿੱਚੋਂ ਬੱਚਾ ਨਿਕਲਦਾ ਹੈ, ਪਸੀਨੇ ਵਿੱਚੋਂ ਜੀਵ ਨਿਕਲਦੇ ਹਨ। ਤੇ ਧਰਤੀ ਉਤਪੁਜ, ਧਰਤੀ ਵਿੱਚੋਂ ਕਿੰਨਾ ਕੁਝ ਪੈਦਾ ਹੁੰਦਾ ਹੈ, ਨਿਕਲਦੇ ਨੇ ਨਾ ਧਰਤੀ ਚੋਂ। ਇਹਨੂੰ ਕਹਿੰਦੇ ਨੇ ਖਾਣੀ। ਜਿਵੇਂ ਕੋਲੇ ਦੀ ਖਾਣ, ਉਹ ਖਾਣੀ ਹੈ ਤੇ ਉਹਦੇ ਵਿੱਚੋਂ ਕੀ ਨਿਕਲਦਾ ਹੈ? ਕੋਲਾ। ਸੋਨੇ ਦੀ ਖਾਣ, ਉਹਦੇ ਵਿੱਚੋਂ ਸੋਨਾ ਨਿਕਲਦਾ ਹੈ। ਪਰ ਆਪਾਂ ਜੋ ਹੈ ਆਪਾਂ ਚਾਰ ਖਾਣੀਆਂ ਨੂੰ ਜਾਣਦੇ ਹਾਂ। ਪਰ ਬਾਬਾ ਜੀ ਕਹਿੰਦੇ ਉਹਦੀ ਰਚਨਾ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਜਿਹੜੀਆਂ ਹਨ ਉਹ ਖਾਣੀਆਂ ਹਨ। ਕੇਤੀਆਂ ਬਾਣੀ, ਇੱਥੇ ਫੇਰ ਰੁਕ ਕੇ ਪਾਠ ਕਰਨਾ ਹੈ, ਵਿਸ਼ਰਾਮ ਦੇ ਕੇ ਕੇਤੀਆਂ। ਹੁਣ ਅਸੀਂ ਕੇਵਲ ਚਾਰ ਬਾਣੀਆਂ ਨੂੰ ਜਾਣਦੇ ਹਾਂ। ਉਹ ਕਿਹੜੀਆਂ ਹਨ? ਪਰਾ, ਪਸੰਤੀ, ਮਧਮਾ ਤੇ ਬੈਖਰੀ। ਇਹ ਚਾਰ ਬਾਣੀਆਂ ਨੇ।
ਜਿਹੜੀ ਧੁੰਦ ਤੋਂ ਨਿਕਲਦੀ ਹੈ, ਚੱਲਦੀ ਹੈ ਪਰਾ, ਜੋ ਆਵਾਜ਼ ਤੁਹਾਡੇ ਕੋਲ ਬਾਹਰ ਆ ਗਈ, ਇਸ ਨੂੰ ਕਹਿੰਦੇ ਨੇ ਬੈਖਰੀ, ਜੋ ਤੁਹਾਨੂੰ ਸੁਣਾਈ ਦਿੱਤੀ ਹੈ। ਪਰਾ, ਪਸੰਤੀ, ਮਧਮਾ ਤੇ ਬੈਖਰੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਾਈ ਉਹਦੀ ਰਚਨਾ ਦੇ ਵਿੱਚ ਬਾਣੀਆਂ ਵੀ ਪਤਾ ਨਹੀਂ ਕਿੰਨੀਆਂ ਕੁ ਹਨ। ਕੇਤੇ ਪਾਤ ਨਰਿੰਦ, ਪਾਤ ਕਹਿੰਦੇ ਪਾਤਸ਼ਾਹ, ਨਰਿੰਦ ਕਹਿੰਦੇ ਰਾਜੇ। ਉਹਦੀ ਰਚਨਾ ਦੇ ਵਿੱਚ ਪਾਤਸ਼ਾਹ ਤੇ ਰਾਜੇ ਵੀ ਪਤਾ ਨਹੀਂ ਕਿੰਨੇ ਕੁ ਹਨ। ਕੇਤੀਆਂ ਸੁਰਤੀ, ਫੇਰ ਵਿਸ਼ਰਾਮ, ਕੇਤੀਆਂ ਸੁਰਤੀ। ਸੁਰਤੀ ਦਾ ਅਰਥ ਹੁੰਦਾ ਲਿਵ, ਧਿਆਨ। ਹੁਣ ਬੇਅੰਤ ਹੀ ਤਰ੍ਹਾਂ ਦਾ ਧਿਆਨ ਹੈ, ਬੇਅੰਤ ਹੀ ਤਰ੍ਹਾਂ ਦੀ ਲਿਵ ਹੈ। ਸੇਵਕ ਕੇਤੇ, ਫੇਰ ਵਿਸ਼ਰਾਮ, ਬੇਅੰਤ ਹੀ ਸੇਵਕ ਹਨ ਉਹਦੀ ਰਚਨਾ ਦੇ ਵਿੱਚ, ਸੇਵਾ ਕਰਨ ਵਾਲੇ। ਨਾਨਕ, ਫੇਰ ਵਿਸ਼ਰਾਮ, ਅੰਤ ਨਾ ਅੰਤ ਹੈ ਨਾਨਕ ਜੀ। ਅਸਲ ਵਿੱਚ ਉਹਦੀ ਰਚਨਾ ਦੇ ਵਿੱਚ ਕਿਸੇ ਚੀਜ਼ ਦਾ ਕੋਈ ਅੰਤ ਹੀ ਨਹੀਂ ਹੈ। ਨਾ ਸਮੁੰਦਰਾਂ ਦਾ ਅੰਤ ਹੈ, ਨਾ ਖਾਣੀਆਂ ਦਾ, ਨਾ ਬਾਣੀਆਂ ਦਾ, ਨਾ ਦੇਵਤਿਆਂ ਦਾ, ਨਾ ਦੇਵੀਆਂ ਦਾ, ਨਾ ਪਾਤਸ਼ਾਹਾਂ ਦਾ, ਨਾ ਰਾਜਿਆਂ ਦਾ, ਨਾ ਰਾਖਸ਼ਾਂ ਦਾ। ਕੋਈ ਅੰਤ ਹੈ ਹੀ ਨਹੀਂ। ਨਾਨਕ ਅੰਤ ਨਾ ਅੰਤ। ਹੁਣ ਜਦੋਂ ਸਿਮਰਨ ਕਰਨ ਬੈਠੋ, ਜਿਸ ਰੱਬ ਦਾ ਗਿਆਨ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਖੰਡ ਵਿੱਚ ਕਰਾਇਆ ਹੈ, ਹੁਣ ਆਪਾਂ ਨੇ ਉਸੇ ਦਾ ਸਿਮਰਨ ਕਰਨਾ ਹੈ। ਸਾਰੀ ਸ੍ਰਿਸ਼ਟੀ ਦਾ ਜੋ ਸਿਰਜਣਹਾਰ ਹੈ, ਉਸੇ ਨੂੰ ਯਾਦ ਕਰਕੇ ਕਹਿਣਾ ਹੈ ਸਤਨਾਮ ਵਾਹਿਗੁਰੂ। सो अगे पाठ करो। ज्ञान खंड में ज्ञान प्रचंड, ज्ञान खंड में ज्ञान प्रचंड, तिथे नाद विनोद कोड आनंद, तिथे नाद विनोद कोड आनंद। शर्म खंड की बाणी रूप, शर्म खंड की बाणी रूप। तिथे काटत घड़िए बहुत अनूप, तिथे घाड़त घड़िए बहुत अनूप। ताकिया गल्ला कथिया ना जाए, ताकिया गल्ला कथिया ना जाए। जेको कहे पिछे पछताए, जेको कहे पीछे पछताए। तिथे घड़िए सुरत मन बुद्ध, तिथे घड़िए सुरत मत मन बुद्ध। तिथे घड़िए सुरा सिद्धा की सुध, तिथे घड़िए सुरा सिद्धा की सुध। ਹੁਣ ਜਦੋਂ ਬੰਦਾ ਗਿਆਨ ਖੰਡ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਗਿਆਨ ਖੰਡ ਮੈਂ, ਇੱਥੇ ਵਿਸ਼ਰਾਮ, ਗਿਆਨ ਪ੍ਰਚੰਡ। ਗਿਆਨ ਖੰਡ ਦੇ ਵਿੱਚ ਗਿਆਨ ਬਹੁਤ ਤੇਜ਼ ਹੋ ਜਾਂਦਾ ਹੈ, ਬੜਾ ਬਲਵਾਨ ਹੋ ਜਾਂਦਾ ਹੈ। ਪਤਾ ਲੱਗ ਜਾਂਦਾ ਹੈ, ਜਿਹੜਾ ਖੂਹ ਦਾ ਡੱਡੂ ਹੁੰਦਾ ਹੈ ਨਾ ਜੀ, ਜਦੋਂ ਉਹ ਸਮੁੰਦਰ ਵਿੱਚ ਪਹੁੰਚਦਾ ਹੈ, ਫਿਰ ਉਹਦੀ ਜ਼ੁਬਾਨ ਬੰਦ ਹੋ ਜਾਂਦੀ ਹੈ, ਕਿਉਂਕਿ ਉਸਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਐਡਾ ਸਮੁੰਦਰ ਹੁੰਦਾ ਹੈ। ਉਹਦੀ ਜ਼ੁਬਾਨ ਬੰਦ ਹੋ ਜਾਂਦੀ ਹੈ। ਜਿਹੜਾ ਛਾਲਾ ਮਾਰ ਮਾਰ ਕੇ ਕਹਿੰਦਾ ਕਿ ਇਸ ਤੋਂ ਵੱਡਾ ਤੇ ਹੋ ਹੀ ਨਹੀਂ ਸਕਦਾ। ਜਦੋਂ ਗਿਆਨ ਖੰਡ ਵਿੱਚ ਪ੍ਰਵੇਸ਼ ਹੁੰਦੇ ਹਾਂ ਤੇ ਗਿਆਨ ਪ੍ਰਚੰਡ ਹੋ ਜਾਂਦਾ ਹੈ, ਬੜਾ ਤੇਜ਼ ਹੋ ਜਾਂਦਾ ਹੈ। ਤੇ ਇਸ ਅਵਸਥਾ ਵਿੱਚ ਕੀ ਹੈ ਫਿਰ? ਤਿਥੈ ਵਿਸ਼ਰਾਮ, ਨਾਦ ਵਿਨੋਦ ਕੋਡ ਆਨੰਦ। ਉਸ ਅਵਸਥਾ ਦੇ ਵਿੱਚ ਕਈ ਤਰ੍ਹਾਂ ਦੇ ਨਾਦ, ਤਮਾਸ਼ੇ ਤੇ ਕੌਤਕਾਂ ਦਾ ਆਨੰਦ ਆਉਂਦਾ ਹੈ ਗਿਆਨ ਖੰਡ ਵਿੱਚ। ਇਸੇ ਕਰਕੇ ਤੇ ਜਿਹੜੇ ਇਸ ਮਾਰਗ ਤੇ ਤੁਰਦੇ ਨੇ, ਉਹਨਾਂ ਦਾ ਸੰਸਾਰ ਦੇ ਲੋਕਾਂ ਨਾਲ ਬੋਲਣ ਨੂੰ ਦਿਲ ਨਹੀਂ ਕਰਦਾ। ਇਸੇ ਕਰਕੇ ਉਹ ਸੰਸਾਰ ਦੀ ਜਿਹੜੀ ਮਾਇਆ ਹੈ ਉਸ ਤੋਂ ਬੜੀ ਦੂਰ ਰਹਿੰਦੇ ਨੇ। ਕਿਉਂ? ਆਨੰਦ ਲੱਗ ਗਿਆ ਆਣ ਇੱਥੇ। ਤਿੱਥੈ ਨਾਦ ਵਿਨੋਦ ਕੋਡ ਆਨੰਦ। ਇਹ ਕਿੱਥੇ ਹੈ ਜੀ? ਗਿਆਨ ਖੰਡ ਵਿੱਚ। ਅਗਲਾ ਖੰਡ ਹੈ ਸ਼ਰਮ ਖੰਡ ਕੀ ਬਾਣੀ ਰੂਪ। ਤੀਸਰਾ ਖੰਡ ਕਿਹੜਾ ਹੈ ਜੀ? ਸ਼ਰਮ ਖੰਡ। ਇਹ 5 ਖੰਡ ਤੁਸੀਂ ਯਾਦ ਕਰਨੇ ਨੇ।
ਇਹ ਵੀ ਤੁਹਾਡੇ ਕੋਲ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੇ ਨੇ, ਕਿਉਂਕਿ ਤੁਸੀਂ ਸੱਚਖੰਡ ਤੱਕ ਜਾਣਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੱਚਖੰਡ ਪਹੁੰਚਣ ਵਾਸਤੇ ਪਹਿਲੀ ਪੌੜੀ ਕਿਹੜੀ ਹੈ, ਦੂਜੀ ਪੌੜੀ ਕਿਹੜੀ ਹੈ, ਤੀਜੀ ਕਿਹੜੀ ਹੈ। ਤੇ ਫਿਰ ਹੁਣ ਤੁਹਾਡਾ ਮਨ ਕਰੇਗਾ ਕਿ ਅਸੀਂ ਆਪਣਾ ਕਾਰਜ ਆਪ ਹੀ ਸਵਾਰ ਕੇ ਜਾਈਏ, ਅਸੀਂ ਕਿਸੇ ਦੇ ਭਰੋਸੇ ਤੇ ਨਾ ਰਹੀਏ। ਤੇ ਬਾਬਾ ਜੀ ਕਹਿ ਰਹੇ ਨੇ ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮ ਕਹਿੰਦੇ ਨੇ ਮਿਹਨਤ ਦੀ ਅਵਸਥਾ। ਜਦੋਂ ਬੰਦੇ ਨੂੰ ਗਿਆਨ ਹੁੰਦਾ ਹੈ ਨਾ ਕਿ ਰੱਬ ਜੀ ਦੀ ਰਚਨਾ ਤੇ ਬਹੁਤ ਵੱਡੀ ਹੈ, ਫਿਰ ਉਹਦਾ ਹੋਰ ਮਿਹਨਤ ਕਰਨ ਨੂੰ ਮਨ ਕਰਦਾ ਹੈ। ਉਹ ਜਿਵੇਂ ਜਿਵੇਂ ਮਿਹਨਤ ਕਰਦਾ ਹੈ, ਫਿਰ ਇਸ ਖੰਡ ਦੇ ਵਿੱਚ ਜਿਹੜਾ ਮਨ ਹੈ ਉਹ ਦਿਨ ਦਿਨ ਸੋਹਣਾ ਹੁੰਦਾ ਚਲਾ ਜਾਂਦਾ ਹੈ, ਮਨ ਘੜਿਆ ਜਾਂਦਾ ਹੈ। ਹੁਣ ਮਨ ਜਿਹੜਾ ਹੈ ਉਹ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ। ਜੇ ਕਿਤੇ ਥੋੜੇ ਟਾਈਮ ਵਾਸਤੇ ਮੰਨ ਲਓ ਜੇ ਕਿਤੇ ਜਾਣ ਵੀ ਲੱਗਿਆ, ਉਹ ਫੇਰ ਕਹਿੰਦਾ ਨਹੀਂ ਨਹੀਂ ਨਹੀਂ, ਮੈਂ ਆਪਣੀ ਧਰਮ ਦੀ ਕਮਾਈ ਕਰਨੀ ਹੈ, ਮੈਂ ਗਿਆਨ ਖੰਡ ਵਿੱਚ ਪਹੁੰਚਿਆ ਹਾਂ, ਹੁਣ ਮੈਂ ਹੋਰ ਮਿਹਨਤ ਕਰਨੀ ਹੈ। ਤੇ ਮਹਾਰਾਜ ਆਖਦੇ ਨੇ ਤਿੱਥੈ ਘਾੜਤ ਘੜੀਐ ਇੱਥੇ ਵਿਸ਼ਰਾਮ। ਬਹੁਤ ਅਨੂਪ। ਸ਼ਰਮ ਖੰਡ ਦੇ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਆਵੇਗੀ ਜੀ। ਤਿੱਥੈ ਘਾੜਤ ਘੜੀਐ ਵਿਸ਼ਰਾਮ, ਬਹੁਤ ਅਨੂਪ। ਤੇ ਇਸ ਅਵਸਥਾ ਦੇ ਵਿੱਚ ਇਸ ਤਰ੍ਹਾਂ ਦੀ ਮਨ ਦੀ ਘਾੜਤ ਘੜੀ ਜਾਂਦੀ ਹੈ ਕਿ ਜਿਸ ਦੀ ਆਪਾਂ ਉਪਮਾ ਬਿਆਨ ਹੀ ਨਹੀਂ ਕਰ ਸਕਦੇ। ਬਹੁਤ ਅਨੂਪ, ਉਪਮਾ ਤੋਂ ਪਰੇ ਮਨ ਇੰਨਾ ਸੋਹਣਾ ਹੋ ਜਾਂਦਾ ਹੈ, ਇੰਨੀ ਸੋਹਣੀ ਘਾੜਤ ਕਰੀ ਜਾਂਦੀ ਹੈ ਕਿ ਉਸ ਦੀ ਮਨ ਦੀ ਆਪਾਂ ਉਪਮਾ ਹੀ ਨਹੀਂ ਕਰ ਸਕਦੇ। ਫਿਰ ਬਾਬਾ ਜੀ ਕਹਿੰਦੇ ਨੇ ਉਸ ਅਵਸਥਾ ਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਤਾ ਕੀਆਂ ਗੱਲਾਂ, ਇਹਨੂੰ ਤਾਂ ਨਹੀਂ ਬੋਲਣਾ, ਤਾ ਕੀਆਂ, ਕੀਆਂ ਦੇ ਉੱਤੇ ਬਿੰਦੀ ਆਏਗੀ ਐੜੇ ਤੇ, ਗੱਲਾਂ, ਗੱਲਾਂ ਦੇ ਉੱਤੇ ਬਿੰਦੀ। ਹੁਣ ਜੇ ਇਹਨੂੰ ਆਪਾਂ ਅੱਧ ਗੱਲਾਂ ਨਾਲ ਲਾਈਏ, ਬਿੰਦੀ ਨਾਲ ਲਾਈਏ ਤੇ ਕੀ ਬਣੇਗਾ? ਇਹ ਗਲਾ। ਤੇ ਇਹ ਪਾਠ ਹੋ ਹੀ ਨਹੀਂ ਸਕਦਾ। ਤਾਕੀਆਂ ਗੱਲਾਂ ਵਿਸ਼ਰਾਮ ਦੋ, ਕਥੀਆਂ ਨਾ ਜਾਹੇ, ਕਥੀਆਂ ਬਿੰਦੀ ਆਏਗੀ, ਜਾਹੇ ਹਾਹੇ ਤੇ ਫਿਰ ਬਿੰਦੀ ਆਏਗੀ। ਉਸ ਅਵਸਥਾ ਦੀਆਂ ਜਿਹੜੀਆਂ ਗੱਲਾਂ ਨੇ ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਦੱਸੀਆਂ ਨਹੀਂ ਜਾ ਸਕਦੀਆਂ। ਕਿਉਂ? ਜਿਹੜਾ ਉੱਥੇ ਪਹੁੰਚਦਾ ਹੈ ਉਸੇ ਨੂੰ ਪਤਾ ਹੈ। ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਦੇ ਪਹਿਲਾਂ ਦੇਖੀਆਂ ਨਹੀਂ ਹੁੰਦੀਆਂ, ਤੇ ਜਿਸ ਬੰਦੇ ਨੇ ਉਹ ਦੇਖੀਆਂ ਨੇ ਉਹ ਆ ਕੇ ਕਹਿੰਦਾ ਤੂੰ ਇੱਕ ਵਾਰੀ ਦੇਖ ਕੇ ਤਾਂ ਦੇਖ, ਤੈਨੂੰ ਬੜਾ ਆਨੰਦ ਆਏਗਾ। ਇਸ ਤਰ੍ਹਾਂ ਮੈਂ ਤੈਨੂੰ ਦੱਸ ਨਹੀਂ ਸਕਦਾ, ਤੂੰ ਆਪ ਦੇਖ, ਤੈਨੂੰ ਫਿਰ ਪਤਾ ਲੱਗੇਗਾ। ਇਹ ਗੱਲ ਮਹਾਰਾਜ ਨੇ ਆਖੀ ਹੈ ਕਿ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਜਦੋਂ ਦੇਖਾਂਗੇ ਫੇਰ ਹੀ ਪਤਾ ਲੱਗੇਗਾ। ਮਹਾਰਾਜ ਆਖਦੇ ਨੇ ਤਾਕੀਆਂ ਗੱਲਾਂ ਇਕੱਠੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ। ਦੇਖੋ ਜਿਹੜਾ ਸ਼ਸ਼ਾ ਹੈ ਨਾ, ਇਹਨੂੰ ਆਪਾਂ ਪਛਤਾਏ ਬੋਲ ਦਿੰਦੇ ਹਾਂ, ਸਿੱਧਾ ਪਾਠ ਕਰਦੇ ਹਾਂ। ਜੇ ਕੋ ਕਹਿ ਪਿੱਛੇ ਪਛਤਾਏ, ਪਛਤਾਏ ਨਹੀਂ ਹੈ, ਕੀ ਹੈ? ਪਛਤਾਏ। ਛੱਛੇ ਦੇ ਥੱਲੇ ਵੀ ਮਾਤਰਾ ਹੈ, ਪਛਤਾਏ। ਜੇਕਰ ਕੋਈ ਇਸ ਅਵਸਥਾ ਬਾਰੇ ਕਹਿਣਾ ਵੀ ਚਾਹੇ ਉਹ ਵੀ ਫਿਰ ਪਛਤਾਏਗਾ ਹੀ, ਭਾਵ ਕਿ ਕਹਿ ਨਹੀਂ ਸਕੇਗਾ। ਤਿੱਥੈ ਘੜੀਐ ਇੱਥੇ ਵਿਸ਼ਰਾਮ। ਸੁਰਤ ਵਿਸ਼ਰਾਮ, ਮਤ ਵਿਸ਼ਰਾਮ, ਮਨ ਵਿਸ਼ਰਾਮ, ਬੁੱਧ। ਸ਼ਰਮ ਖੰਡ ਦੇ ਵਿੱਚ ਸੁਰਤੀ, ਮਤ, ਮਨ, ਬੁੱਧੀ ਇਹ ਨਵੇਂ ਸਿਰੇ ਤੋਂ ਘੜੇ ਜਾਂਦੇ ਨੇ। ਜਿਵੇਂ ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ, ਮਨ ਜਿਹੜਾ ਹੈ ਉਹ ਜਾਗ ਜਾਂਦਾ ਹੈ। ਜਾਗ ਲੈ ਹੋਰੇ ਮਨਾ ਜਾਗ ਲਿਓ, ਜਿਹਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਕਹਿ ਕੇ ਮਨ ਜਾਗ ਲੈ ਕਹਾਂ ਗਾਫਲ ਸੋਇਆ। ਇਹ ਸੁੱਤਾ ਪਿਆ ਹੈ ਜੀ, ਮਾਇਆ ਦਾ ਨਸ਼ਾ ਹੈ ਇਸਨੂੰ, ਇਹਨੂੰ ਸੰਸਾਰ ਬੜਾ ਚੰਗਾ ਲੱਗਦਾ ਹੈ। ਮਹਾਰਾਜ ਆਖਦੇ ਨੇ ਕਿ ਇਸ ਸ਼ਰਮ ਖੰਡ ਦੇ ਵਿੱਚ ਮਨ ਜਿਹੜਾ ਹੈ ਉਹ ਜਾਗ ਜਾਂਦਾ ਹੈ, ਸੁਰਤ ਉੱਚੀ ਹੋ ਜਾਂਦੀ ਹੈ, ਮਤ ਉੱਚੀ ਹੋ ਜਾਂਦੀ ਹੈ,
ਤਿੱਥੈ ਘੜੀਐ, ਇੱਥੇ ਵਿਸ਼ਰਾਮ। ਸੁਰਾਂ ਸਿਦਾਂ ਕੀ ਸੁਧ, ਇਹਨੂੰ ਸ਼ੁੱਧ ਨਹੀਂ ਬੋਲਣਾ, ਸੁਧ। ਸੁਧ ਦਾ ਅਰਥ ਹੈ ਸੋਝੀ। ਜੇ ਸ਼ੁੱਧ ਹੁੰਦਾ ਫਿਰ ਅਰਥ ਹੁੰਦਾ ਵੀ ਪਵਿੱਤਰ। ਤਿੱਥੈ ਘੜੀਐ, ਉਸ ਅਵਸਥਾ ਦੇ ਵਿੱਚ ਸੁਰਾਂ ਬਿੰਦੀ ਲਾ ਕੇ, ਸਿੱਧਾਂ ਇੱਥੇ ਵੀ ਬਿੰਦੀ ਲਾ ਕੇ, ਕੀ ਸੁਧ। ਉੱਤਮ ਪੁਰਸ਼ ਜਿਹੜੇ ਹੁੰਦੇ ਨੇ, ਉੱਤਮ ਪੁਰਸ਼ਾਂ ਵਾਲੀ ਜਿਹੜੀ ਹੈ ਉਹ ਸੋਝੀ ਹੋ ਜਾਂਦੀ ਹੈ। ਜਿਵੇਂ ਉਹਨਾਂ ਦੀ ਮੱਤ ਹੁੰਦੀ ਹੈ ਉੱਤਮ ਪੁਰਸ਼ਾਂ ਦੀ, ਚੰਗੀ ਮੱਤ, ਤੇ ਉਸ ਤਰ੍ਹਾਂ ਦੀ ਮੱਤ ਹੋ ਜਾਂਦੀ ਹੈ ਕਿਸ ਅਵਸਥਾ ਵਿੱਚ ਜੀ? ਸ਼ਰਮ ਖੰਡ ਦੇ ਵਿੱਚ। ਹਾਂਜੀ, ਅੱਗੇ ਪੜੋ। कर्म खंड की बाणी जोर, कर्म खंड की बाणी जोर, तिथे होर ना कोई होर, तिथै होर न कोई होर, तिथे जोत महाबल सूर, तिथै जोध महाबल सूर, तिन में राम रहा भरपूर, तिन में राम रहा भरपूर, तिथे सीतो सीता महिमा माहे, तिथै सीतो सीता महिमा माहे, ताके रूप न कथने जाहे, ताके रूप न कथने जाहे, ना ओह मरे ना ठागे जाए, ना हो मरै न ठागे जाहे, जिनके राम वसे मन माहे, जिनकै राम बसै मन माहे, तिथे भगत वसे के लो, तिथै भगत बसै के लो, करे आनंद सच्चा मन सोए, करै आनंद सच्चा मन सोए, सच खंड वसे निरंकार, सच खंड बसै निरंकार, कर कर वेखे नदर निहाल, कर कर वेखै नदर निहाल, तिथे खंड मंडल वर भंड, तिथै खंड मंडल वर भंड, जेको कथे ता अंत न अंत, जेको कथै ता अंत न अंत, तिथे लो लो आकार, तिथै लो लो आकार, जीव जीव हुक्म तिवे तिवकार, जीव जीव हुक्म तिवै तिवकार, वेखे विकसे कर विचार, वेखै विकसै कर विचार, नानक कथना करना सार, नानक कथना करना सार। जिसने धर्म ਨੂੰ ਧਾਰਨ ਕਰ ਲਿਆ, ਉਸ ਤੋਂ ਬਾਅਦ ਦਿੱਤਾ ਹੋਇਆ ਗੁਰੂ ਦਾ ਗਿਆਨ ਉਹ ਉਹਨੇ ਲੈ ਲਿਆ। ਫਿਰ ਉਸ ਗਿਆਨ ਦੀ ਕਮਾਈ ਕੀਤੀ, ਮਿਹਨਤ ਕੀਤੀ, ਤੇ ਮਿਹਨਤ ਕਰਨ ਤੋਂ ਬਾਅਦ ਉਹ ਪਹੁੰਚ ਜਾਂਦਾ ਹੈ ਕਰਮਖੰਡ ਵਿੱਚ। ਕਰਮਖੰਡ ਦਾ ਅਰਥ ਹੈ ਬਖਸ਼ਿਸ਼ ਦਾ ਖੰਡ, ਜਿੱਥੇ ਕਿਰਪਾ ਹੁੰਦੀ ਹੈ। ਫਿਰ ਕਿ ਇਸ ਨੇ ਬੜੀ ਮਿਹਨਤ ਕੀਤੀ, ਬੜੀ ਘਾਲਣਾ ਘਾਲੀ, ਤੇ ਫਿਰ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ। ਕਰਮਖੰਡ ਕੀ ਬਾਣੀ ਜ਼ੋਰ, ਬਖਸ਼ਿਸ਼ ਦੇ ਖੰਡ ਦੇ ਵਿੱਚ, ਇਸ ਅਵਸਥਾ ਦੇ ਵਿੱਚ ਜਿਹੜੀ ਬਨਾਵਟ ਹੈ ਨਾ, ਉਹ ਬਹੁਤ ਬਲਸ਼ਾਲੀ ਹੋ ਜਾਂਦੀ ਹੈ। ਭਾਵ ਕਿ ਬੜਾ ਜ਼ੋਰ ਆ ਜਾਂਦਾ ਹੈ, ਬੜੀ ਤਾਕਤ ਆ ਜਾਂਦੀ ਹੈ, ਜਿਸ ਨੂੰ ਤੁਸੀਂ ਕਹਿੰਦੇ ਸ਼ਕਤੀਆਂ ਦਾ ਆ ਜਾਣਾ, ਬੜੀ ਪਾਵਰ। ਤਿੱਥੈ ਹੋਰ ਨਾ ਕੋਈ ਹੋਰ, ਇਸ ਅਵਸਥਾ ਦੇ ਵਿੱਚ ਪਹੁੰਚ ਕੇ ਇੱਕ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਵੱਲ ਧਿਆਨ ਹੀ ਨਹੀਂ ਜਾਂਦਾ। ਇਹ ਉਹ ਅਵਸਥਾ ਹੈ ਜਿੱਥੇ ਨਾਮਦੇਵ ਜੀ ਪਹੁੰਚੇ ਹੋਏ ਨੇ। ਉਹ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤਿੱਥੈ ਹੋਰ ਨਾ ਕੋਈ ਹੋਰ, ਇੱਕ ਪ੍ਰਮਾਤਮਾ ਤੋਂ ਬਗੈਰ ਕੋਈ ਦੂਜੀ ਚੀਜ਼ ਨਜ਼ਰੇ ਨਹੀਂ ਆਉਂਦੀ, ਕੇਵਲ ਪ੍ਰਮਾਤਮਾ ਵੱਲ ਧਿਆਨ। ਤਿੱਥੈ ਤੇ ਵਿਸ਼ਰਾਮ ਲੈਣਾ ਹੈ। ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ। ਮਹਾਬਲ ਬਿੰਦੀ ਆਏਗੀ ਹਾਹੇ ਦੇ ਕੰਨੇ ਦੇ ਉੱਤੇ। ਤਿੱਥੈ ਜੋਧ ਮਹਾਬਲ ਸੂਰ, ਆਤਮਕ ਬਲ ਵਾਲੇ ਉਸ ਅਵਸਥਾ ਦੇ ਵਿੱਚ ਟਿਕਦੇ ਨੇ। ਆਤਮਕ ਬਲ ਵਾਲੇ ਉਹ ਟਿਕੇ ਰਹਿੰਦੇ ਨੇ।
ਤਿੱਥੈ ਜੋਧ ਮਹਾ ਬਲਸੂਰ। ਜਿਹਨੇ ਕਰਮਖੰਡ ਤੱਕ ਆਪਣੀ ਪਹੁੰਚ ਕਰ ਲਈ ਉਹ ਬੜਾ ਮਹਾਬਲੀ ਹੁੰਦਾ ਹੈ ਜੀ, ਬੜਾ ਸੂਰਮਾ ਹੁੰਦਾ ਹੈ। ਕਿਉਂ? ਮਨ ਜਿੱਤੈ ਜਗ ਜੀਤ। ਆਪਣੇ ਮਨ ਨੂੰ ਜਿੱਤਿਆ ਹੋਇਆ ਹੁੰਦਾ ਉਹਨੇ, ਐਡਾ ਬਲਸ਼ਾਲੀ ਹੁੰਦਾ ਹੈ ਉਹ। ਤਿੰਨ ਮੈਂ ਰਾਮ ਰਹਿਆ ਭਰਪੂਰ। ਇਹਨੂੰ ਭਰਪੂਰ ਨਹੀਂ ਬੋਲਣਾ, ਭਰਪੂਰ ਪੱਪਾ ਹੈ। ਇਸ ਅਵਸਥਾ ਦੇ ਵਿੱਚ ਇਹ ਕਹਿ ਦਵਾਂ ਮੈਂ ਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ। ਉਸਦੇ ਰੋਮ ਰੋਮ ਦੇ ਵਿੱਚ ਵਾਹਿਗੁਰੂ ਭਰ ਜਾਂਦਾ ਹੈ। ਤਿੰਨ ਮੈਂ ਰਾਮ ਰਹਿਆ ਭਰਪੂਰ। ਇਹਨੂੰ ਰਿਹਾ ਨਹੀਂ ਬੋਲਣਾ, ਕੀ ਬੋਲਣਾ ਜੀ? ਰਹਿਆ। ਰਿਹਾ ਨਹੀਂ ਬੋਲਣਾ, ਰਹਿਆ। ਰਿਹਾ ਬਣੇਗਾ ਜੇ ਰਾਰੇ ਨੂੰ ਸਿਹਾਰੀ, ਹਾਹੇ ਨੂੰ ਕੰਨਾ, ਫਿਰ ਕੀ ਬਣੇਗਾ? ਰਿਹਾ। ਰਾਰਾ ਹਾਹੇ ਨੂੰ ਸਿਹਾਰੀ, ਐੜੇ ਨੂੰ ਕੰਨਾ, ਫਿਰ ਕੀ ਬਣੇਗਾ? ਰਹਿਆ। ਤੇ ਇਹਨੂੰ ਪਾਠ ਤਿੱਥੇ ਨਹੀਂ ਕਰਨਾ, ਤਿੱਥੈ ਕਰਨਾ ਹੈ। ਤਿੱਥੈ ਦੋ ਮਾਤਰਾ ਲੱਗੀਆਂ ਨੇ ਨਾ, ਤੇ ਐ ਦੀ ਆਵਾਜ਼ ਆਣੀ ਚਾਹੀਦੀ ਹੈ। ਜੇ ਇੱਕ ਹੋਵੇ ਫਿਰ ਏ ਦੀ ਆਵਾਜ਼ ਆਉਂਦੀ ਹੈ। ਤਿੱਥੈ, ਇੱਥੇ ਫੇਰ ਵਿਸ਼ਰਾਮ। ਸੀਤੋ ਸੀਤਾ, ਫੇਰ ਵਿਸ਼ਰਾਮ। ਮਹਿਮਾ ਮਾਹੇ, ਮਾਹੇ ਹਾਹੇ ਦੇ ਉੱਤੇ ਬਿੰਦੀ ਆਏਗੀ। ਇਸ ਅਵਸਥਾ ਦੇ ਵਿੱਚ ਮਨ ਪੂਰਨ ਤੌਰ ਤੇ ਸੀਤਾ ਜਾਂਦਾ ਹੈ। ਸੀਤਾ ਜਾਂਦਾ, ਜਿਵੇਂ ਤੁਸੀਂ ਕੱਪੜੇ ਸਿੰਦੇ ਹੋ ਨਾ ਜੀ, ਮੰਨ ਲਓ ਦੋ ਕੱਪੜੇ ਨੇ, ਜਦੋਂ ਉਹਨਾਂ ਨੂੰ ਸੀ ਦਿੱਤਾ ਫਿਰ ਉਹ ਕੀ ਹੋ ਗਏ? ਇੱਕ ਹੋ ਗਏ ਨਾ ਜੀ, ਦੋਵੇਂ ਇੱਕ ਹੋ ਗਏ। ਤੇ ਇਸ ਅਵਸਥਾ ਦੇ ਵਿੱਚ ਮਨ ਜਿਹੜਾ ਉਹ ਸੀਤਾ ਜਾਂਦਾ ਕਿਸ ਚੀਜ਼ ਦੇ ਨਾਲ? ਮਹਿਮਾ ਮਾਹੇ, ਰੱਬ ਦੀ ਸਿਫਤ ਵਿੱਚ। ਫੇਰ ਨਹੀਂ ਗੁਰਮੁਖੋ ਵਾਹਿਗੁਰੂ ਵਿਸਰਦਾ। ਫਿਰ ਉਹੀ ਬਚਨ ਮੈਂ ਫਿਰ ਬੋਲਾਂਗਾ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਫਿਰ ਰੋਮ ਰੋਮ ਦੇ ਨਾਲ ਗੁਰਮੁਖ ਜਿਹੜਾ ਹੈ ਉਹ ਵਾਹਿਗੁਰੂ ਨੂੰ ਯਾਦ ਕਰਦਾ ਹੈ, ਉਹਦਾ ਸਿਮਰਨ ਕਰਦਾ ਹੈ। ਨਾ ਉਹ ਮਰੈ, ਮਾਫ ਕਰਨਾ, ਤਾਕੇ ਰੂਪ, ਇੱਥੇ ਵਿਸ਼ਰਾਮ ਹੈ। ਨਾ ਕਥਨੇ ਜਾਹੇ, ਹਾਹੇ ਤੇ ਬਿੰਦੀ। ਉਹਨਾਂ ਦੇ ਜਿਹੜੇ ਰੂਪ ਹਨ, ਉਹਨਾਂ ਦੀ ਸੁੰਦਰਤਾ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਅੰਦਰੋਂ ਕਿੰਨੇ ਕੁ ਸੋਹਣੇ ਨੇ। ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹਨਾਂ ਦੇ ਅੰਦਰ ਇੰਨੀ ਸੁੰਦਰਤਾ ਹੁੰਦੀ ਹੈ। ਗੁਰਮੁਖੋ ਜਿਸ ਨੂੰ ਲਿਖਿਆ ਹੈ ਕਿ ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਇਹ ਉਹ ਅਵਸਥਾ ਹੈ ਕਿ ਅੰਦਰੋਂ ਬਾਹਰੋਂ ਇੱਕ ਜੈਸੇ, ਐਨੀ ਸੁੰਦਰਤਾ। ਨਾ ਉਹ ਮਰੈ, ਇਹ ਇਕੱਠਾ ਪਾਠ ਕਰਾਂਗੇ। ਨਾ ਉਹ ਮਰੈ ਨਾ ਠਾਗੇ ਜਾਹੇ। ਮਰੈ ਤੇ ਬਿੰਦੀ, ਹਾਹੇ ਤੇ, ਜਾਹੇ ਤੇ ਵੀ ਇੱਥੇ ਬਿੰਦੀ ਲਾ ਕੇ ਆਪਾਂ ਪਾਠ ਕਰਾਂਗੇ। ਨਾ ਉਹ ਆਤਮਿਕ ਤੌਰ ਤੇ ਮਰਦੇ ਨੇ ਤੇ ਨਾ ਉਹਨਾਂ ਨੂੰ ਵਿਕਾਰ ਠੱਗ ਸਕਦੇ ਨੇ। ਸੰਤ ਕਦੇ ਕ੍ਰੋਧ ਠੱਗ ਲੈਂਦਾ ਹੈ, ਕਦੇ ਹੰਕਾਰ ਠੱਗ ਲੈਂਦਾ ਹੈ। ਜਿੰਨੀ ਕੁ ਅਸੀਂ ਕਮਾਈ ਕੀਤੀ ਹੁੰਦੀ ਹੈ ਉਹ ਠੱਗ ਲੈ ਜਾਂਦੇ ਨੇ, ਸਾਡੀ ਵਿਕਾਰ ਠੱਗ ਲੈ ਜਾਂਦੇ ਨੇ ਜੀ। ਤੇ ਇਸੇ ਕਰਕੇ ਅਸੀਂ ਆਤਮਿਕ ਮੌਤ ਮਰ ਜਾਂਦੇ ਹਾਂ। ਪਰ ਇਸ ਅਵਸਥਾ ਦੇ ਵਿੱਚ ਨਾ ਉਹ ਆਤਮਿਕ ਮੌਤ ਮਰਦੇ ਨੇ ਤੇ ਨਾ ਕੋਈ ਵਿਕਾਰ ਉਹਨਾਂ ਨੂੰ ਠੱਗ ਸਕਦਾ ਹੈ। ਜਿਨ ਕੈ ਵਿਸ਼ਰਾਮ, ਰਾਮ ਵਸੈ, ਇੱਥੇ ਫੇਰ ਵਿਸ਼ਰਾਮ। ਮਨ ਮਾਹੇ, ਹਾਹੇ ਤੇ ਬਿੰਦੀ ਲਾ ਕੇ ਪਾਠ ਕਰਾਂਗੇ। ਜਿਨ੍ਹਾਂ ਦੇ ਅੰਦਰ ਪਰਮਾਤਮਾ ਜਿਹੜਾ ਹੈ ਵਸ ਗਿਆ। ਮਨ ਮਾਹੇ, ਮਨ ਦੇ ਅੰਦਰ ਜਿਹੜਾ ਹੈ ਵਾਹਿਗੁਰੂ ਵਸ ਗਿਆ। ਹੁਣ ਉਹਨਾਂ ਦਾ ਮਨ ਨਹੀਂ ਰਿਹਾ, ਅਸਲ ਵਿੱਚ ਉਹ ਅੰਦਰੋਂ ਪਰਮੇਸ਼ਰ ਦਾ ਰੂਪ ਹੀ ਹੋ ਗਏ। ਜਿਹਨੂੰ ਲਿਖਿਆ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹ ਉਸ ਅਵਸਥਾ ਵਿੱਚ ਚਲੇ ਗਏ। ਤਿੱਥੈ ਭਗਤ ਵਸੈ ਕੇ ਲੋ, ਵਸੈ ਇੱਥੇ ਵਿਸ਼ਰਾਮ ਵੀ ਆਏਗਾ, ਵਸੈ ਤੇ ਕੇ ਲੋ। ਬੜੀ ਹੈਰਾਨ ਕਰ ਦੇਣ ਵਾਲੀ ਪੰਕਤੀ ਹੈ ਇਹ। ਇਸ ਅਵਸਥਾ ਦੇ ਵਿੱਚ ਭਗਤ ਜਨ ਵਸਦੇ ਹਨ। ਕਿੰਨੀਆਂ ਕੁ ਧਰਤੀਆਂ ਦੇ? ਕੇ ਲੋ,
ਕਈ ਲੋਕਾਂ ਦੇ ਭਗਤ, ਕੇਵਲ ਸਾਡੀ ਧਰਤੀ ਦੇ ਨਹੀਂ, ਤੁਸੀਂ ਸੋਚੋ ਕਿ ਇੱਥੇ ਹੀ ਭਗਤ ਨੇ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ ਬ੍ਰਹਿਮੰਡ ਦੇ ਵਿੱਚ ਜਿੱਥੇ ਉਹਦੇ ਭਗਤ ਰਹਿੰਦੇ ਨੇ, ਉਹ ਸਾਰੇ ਇਸ ਅਵਸਥਾ ਵਿੱਚ ਵਸਦੇ ਨੇ। ਕਿਹੜੀ ਅਵਸਥਾ 'ਚ ਜੀ? ਕਰਮਖੰਡ ਦੇ ਵਿੱਚ। ਕਰਮਖੰਡ ਵਿੱਚ ਉਹ ਰਹਿੰਦੇ ਨੇ। ਤਿੱਥੈ ਭਗਤ ਵਸੈ ਕੇ ਲੋਕ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ, ਕਿੰਨੇ ਕੁ ਸੰਸਾਰ ਦੇ ਜਿਹੜੇ ਭਗਤ ਨੇ ਉਸ ਅਵਸਥਾ ਵਿੱਚ ਟਿਕੇ ਹੋਏ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਸੀ ਨਾ ਦਸਤੰਗੀਰ ਦੇ ਪੁੱਤਰ ਨੂੰ ਦਿਖਾਣ ਪਤਾਲ ਆਕਾਸ਼, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜਾਣ ਉੱਥੇ ਉੱਥੇ ਮਹਾਰਾਜ ਜੀ ਦਾ ਬੇਅੰਤ ਸਤਿਕਾਰ, ਉੱਥੇ ਹੀ ਮਹਾਂਪੁਰਖ ਖੜੇ ਹੋ ਜਾ ਕਰਨ। ਪ੍ਰਸ਼ਾਦ ਵੀ ਤੇ ਲੈ ਕੇ ਆਏ ਸੀ ਮਹਾਰਾਜ ਉੱਥੋਂ, ਕੜਾਹ ਪ੍ਰਸ਼ਾਦ। ਤੇ ਫਿਰ ਦੇਖੋ ਵੀ ਕਿੰਨਾ ਕੁ ਵੱਡਾ ਸੰਸਾਰ ਹੈ। ਇਸੇ ਕਰਕੇ ਮਹਾਰਾਜ ਨੇ ਇੱਕ ਗੱਲ ਕਹੀ ਹੈ ਸਾਨੂੰ ਕਿ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ, ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ। ਬਾਬਾ ਜੀ ਨੂੰ ਨਹੀਂ ਪਤਾ ਸੀ ਕਿ ਸਾਡੇ ਬੱਚੇ ਨੇ, ਸਾਡੀ ਜ਼ਿੰਮੇਵਾਰੀਆਂ ਨੇ, ਪਰ ਮਹਾਰਾਜ ਕਹਿੰਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਹੈ ਇਸ ਮਨੁੱਖਾ ਜਨਮ ਨੂੰ ਸਫਲ ਕਰਨਾ। ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਸਾਡੀ। ਤੇ ਨਹੀਂ ਫਿਰ ਦੇਖ ਲਓ, ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਜੇ ਇਹ ਮਨੁੱਖਾ ਜਨਮ ਤੋਂ ਸਾਡਾ ਪੈਰ ਫਿਸਲ ਗਿਆ, ਤਿਲਕ ਗਏ ਅਸੀਂ, ਪਤਾ ਨਹੀਂ ਕਿੰਨੇ ਕੁ ਜਨਮ ਫਿਰ ਆਵਾਂਗੇ ਜਾਵਾਂਗੇ, ਕੋਈ ਪਤਾ ਨਹੀਂ, ਕੋਈ ਅੰਦਾਜ਼ਾ ਨਹੀਂ ਹੈ। ਤਿੱਥੈ ਭਗਤ ਵਸੈ ਕੇ ਲੋ, ਇਹਨੂੰ ਲੋ ਪਾਠ ਕਰਨਾ ਹੈ। ਕਰੈ ਆਨੰਦ, ਕੀ ਕਰਦੇ ਨੇ ਜੀ? ਆਨੰਦ ਲੈਂਦੇ ਨੇ। ਸੱਚਾ ਮਨ ਸੋਏ, ਉਹਨਾਂ ਦੇ ਮਨ ਵਿੱਚ ਸੱਚੇ ਦਾ ਵਾਸ ਹੈ ਤੇ ਆਨੰਦ ਲੈਂਦੇ ਨੇ। ਉਹ, ਉਹਨਾਂ ਨੂੰ ਪਰਵਾਹ ਨਹੀਂ ਕਿਸੇ ਚੀਜ਼ ਦੀ। ਸੱਚਖੰਡ ਵਸੈ ਨਿਰੰਕਾਰ। ਹੁਣ ਕਿਹੜਾ ਖੰਡ ਆ ਗਿਆ ਜੀ? ਸੱਚਖੰਡ, ਜਿੱਥੇ ਪਰਮੇਸ਼ਰ ਦਾ ਵਾਸਾ ਹੈ, ਰੱਬ ਵਸਦਾ ਹੈ, ਜਿੱਥੇ ਸੱਚਖੰਡ ਵਿੱਚ ਵਸਦਾ ਹੈ। ਤੇ ਅਸੀਂ ਤੇ ਸਿੱਧੀ ਟਿਕਟ ਕਰਾਈ ਹੁੰਦੀ ਹੈ ਵੀ ਸੱਚਖੰਡੇ ਉਤਰਨਾ, ਜਾ ਕੇ ਰਸਤੇ ਵਿੱਚ ਤੇ ਅਸੀਂ ਉਤਰਨਾ ਹੀ ਨਹੀਂ ਕਿਤੇ, ਪਹੁੰਚ ਜਾਵਾਂਗੇ ਸੱਚਖੰਡ ਜੀ। ਇਹ ਮਨ ਨੂੰ ਦਿਲਾਸੇ ਦੇਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਉਠਾਲਾ ਕਰ ਲਿਆ, ਪਾਠ ਕਰਾ ਲਿਆ, ਨਾ ਕੋਈ ਪਾਠ ਚੰਗੀ ਤਰ੍ਹਾਂ ਕਰਦਾ ਹੈ, ਨਾ ਕੋਈ ਕਰਵਾਉਂਦਾ ਹੈ। ਦੋਵੇਂ ਗੱਲਾਂ ਨੇ। ਇੱਕ ਹੋਰ ਬੇਨਤੀ ਕਰਾਂ, ਜਿਹੜਾ ਬੰਦਾ ਤੁਹਾਡਾ ਬਹੁਤ ਕਰਕੇ ਜਾਵੇ ਨਾ ਦੁਨੀਆ ਤੋਂ, ਉਹਦੇ ਤੇ ਤਰਸ ਕਰਿਆ ਕਰੋ ਵਿਚਾਰੇ ਤੇ, ਉਹਦਾ ਪਾਠ ਕਰਾਇਆ ਕਰੋ ਚੰਗੀ ਤਰ੍ਹਾਂ। ਤੇ ਮੈਂ ਤੇ ਇਹ ਗੱਲ ਕਹਾਂਗਾ, ਹੁਣ ਤੁਸੀਂ ਉਹਦਾ ਪਾਠ ਆਪੇ ਹੀ ਕਰਿਆ ਕਰੋ। ਜਿੰਨੇ ਵੀ ਗਏ ਨੇ ਨਾ ਦੁਨੀਆ ਤੋਂ, ਇੱਕ ਸਹਿਜ ਪਾਠ ਉਹਨਾਂ ਦੇ ਨਾਂ ਦਾ ਵੀ ਸਾਲ 'ਚ ਜ਼ਰੂਰ ਕਰ ਦਿਆ ਕਰੋ, ਉਹਨਾਂ ਦਾ ਭਲਾ ਹੋ ਜਾਵੇਗਾ। ਪਰ ਆਪਾਂ ਕਹਿੰਦੇ ਵੀ ਆਪਾਂ ਨੂੰ ਕੀ ਲੋੜ ਹੈ, ਚਲੇ ਗਏ। ਇਹੀ ਕੁਝ ਤੁਹਾਡੇ ਨਾਲ ਹੋਣਾ ਹੈ, ਇਹੀ ਕੁਝ ਹੁੰਦਾ ਹੈ ਕਿ ਨਹੀਂ? ਇਸ ਕਰਕੇ ਇਹ ਜਿੰਨੇ ਵੀ ਸੰਬੰਧ ਨੇ, ਇਹ ਉਦੋਂ ਤੱਕ ਨੇ ਜਦੋਂ ਤੱਕ ਇਸ ਸਰੀਰ ਵਿੱਚ ਸਵਾਸ ਚੱਲ ਰਹੇ ਨੇ। ਫਿਰ ਤੇ ਬੰਦੇ ਦੇ ਕੋਈ ਕੱਪੜੇ ਵੀ ਨਹੀਂ ਰੱਖਦਾ ਘਰੇ, ਕੋਈ ਬਿਸਤਰ ਤੱਕ ਵੀ ਨਹੀਂ ਰੱਖਦਾ, ਕੋਈ ਚਾਦਰ ਨਹੀਂ ਰੱਖਦਾ ਉਸਦੀ। ਇਸ ਕਰਕੇ ਆਪਾਂ ਕਿਸੇ ਦੇ ਭਰੋਸੇ ਤੇ ਨਹੀਂ ਰਹਿਣਾ। ਤੇ ਮੈਂ ਤੇ ਤੁਹਾਨੂੰ ਦੱਸਿਆ ਸੀ ਕਿ ਇਹ ਜਿਹੜਾ ਅਸੀਂ ਸਹਿਜ ਪਾਠ ਰੱਖਿਆ ਹੋਇਆ ਹੈ ਨਾ, ਇਹ ਸਹਿਜ ਪਾਠ ਕਿ ਮਹਾਰਾਜ ਸਾਡੇ ਅਖੀਰਲੇ ਵੇਲੇ ਦਾ ਇਹੀ ਸਾਡਾ ਸਹਿਜ ਪਾਠ ਹੈ। ਅਸੀਂ ਆਪਣੇ ਹੱਥਾਂ ਨਾਲ ਆਪਣਾ ਕਾਰਜ ਆਪ ਸਵਾਰ ਰਹੇ ਹਾਂ। ਮਹਾਰਾਜ ਇਸੇ ਨਾਲ ਹੀ ਸਾਡਾ ਪਾਰ ਉਤਾਰਾ ਕਰ ਦੇਣਾ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਜੀਵਾਂ ਨੂੰ ਬਣਾ ਕੇ ਵੇਖੇ, ਵੇਖਦਾ ਹੈ, ਭਾਵਕ ਨੇ ਸੰਭਾਲ ਕਰਦਾ ਹੈ। ਨਦਰ ਨਿਹਾਲ, ਮਿਹਰ ਦੀ ਨਿਗਾਹ ਦੇ ਨਾਲ, ਗੁਰਮੁਖੋ ਮਿਹਰ ਦੀ ਨਿਗਾਹ ਦੇ ਨਾਲ ਨਿਹਾਲ ਕਰਦਾ ਹੈ। ਨਦਰ ਨਿਹਾਲ। ਤਿੱਥੈ, ਇੱਥੇ ਵਿਸ਼ਰਾਮ ਦੇਣਾ ਹੈ। ਕਰ ਕਰ ਵੇਖੈ ਤੇ ਵਿਸ਼ਰਾਮ ਹੈ। ਤਿੱਥੈ ਖੰਡ ਮੰਡਲ ਬਰਭੰਡ,
ਫਿਰ ਪ੍ਰਤੱਖ ਦਿਖਦੇ ਹਨ ਕਿ ਕਿੰਨੇ ਖੰਡ ਨੇ, ਮੰਡਲ ਨੇ, ਬ੍ਰਹਮੰਡ ਨੇ। ਬ੍ਰਹਮੰਡ ਤੋਂ ਭਾਵ ਕਿੰਨੇ ਬ੍ਰਹਿਮੰਡ ਨੇ। ਜੇ ਕੋ ਕਥੈ ਵਿਸ਼ਰਾਮ ਤਾਂ ਅੰਤ ਨਾ ਅੰਤ, ਇਹਨੂੰ ਤਾਂ ਨਹੀਂ ਬੋਲਣਾ, ਤਾਂ ਅੰਤ ਨਾ ਅੰਤ, ਥੋੜਾ ਜਿਹਾ ਕੰਨਾ ਲਾ ਕੇ। ਮਹਾਰਾਜ ਆਖਦੇ ਨੇ ਕਿ ਉੱਥੇ ਫਿਰ ਅੰਤ ਹੀ ਨਹੀਂ ਹੈ ਕੋਈ। ਕੋਟ ਬ੍ਰਹਿਮੰਡ ਕੋ ਠਾकुर स्वामी, ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਨੇ, ਅੰਤ ਨਹੀਂ ਹੈ ਕੋਈ। ਤਿੱਥੈ, ਇੱਥੇ ਫਿਰ ਵਿਸ਼ਰਾਮ। ਲੋ ਲੋ ਆਕਾਰ, ਐੜੇ ਨੂੰ ਕੰਨਾ ਲੱਗਿਆ, ਇਹ ਵੀ ਬੋਲਣਾ ਹੈ। ਤੇ ਫਿਰ ਉੱਥੇ ਕਈ ਲੋਕ ਸੰਸਾਰ ਜਿਹੜੇ ਹਨ ਉਹ ਬਣੇ ਹੋਏ ਨਜ਼ਰ ਆਉਂਦੇ ਨੇ। ਤਿੱਥੈ ਲੋ ਲੋ ਆਕਾਰ, ਕਿ ਕਿੰਨਾ ਆਕਾਰ ਹੈ, ਕਿੱਡਾ ਬ੍ਰਹਿਮੰਡ ਹੈ, ਨਜ਼ਰ ਆਉਂਦੇ ਨੇ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਇਹਨੂੰ ਤਿਵੈ ਪਾਠ ਕਰਨਾ ਹੈ। ਤਿਵੈਕਾਰ, ਵਾਵੇ ਦੇ ਉੱਤੇ ਦੋ ਦਲਾਵਾਂ ਤੇ ਬਿੰਦੀ ਲੱਗੇਗੀ ਨਾਲ। ਪਰ ਜਿਵੇਂ ਜਿਵੇਂ ਰੱਬ ਦਾ ਹੁਕਮ ਹੁੰਦਾ ਤਿਵੇਂ ਤਿਵੇਂ ਇਹ ਸਭ ਕਾਰ ਕਰਦੇ ਨੇ। ਵੇਖੈ ਵਿਕਸੈ ਕਰ ਵਿਚਾਰ, ਉਹ ਵੇਖਦਾ ਹੈ, ਬੜਾ ਖੁਸ਼ ਹੁੰਦਾ। ਕੌਣ? ਪਰਮੇਸ਼ਰ, ਕਿਉਂਕਿ ਹੁਣ ਸੱਚਖੰਡ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਕਰ ਵਿਚਾਰ, ਤੇ ਵਿਚਾਰ ਕਰਦਾ ਹੈ ਪਰਮੇਸ਼ਰ। ਨਾਨਕ, ਇੱਥੇ ਰੁਕਣਾ ਹੈ। ਕਥਨਾ ਕਰੜਾ ਸਾਰ, ਪਰਮੇਸ਼ਰ ਦੀ ਰਚਨਾ ਦੇ ਬਾਰੇ, ਉਸ ਦੀ ਬੇਅੰਤਤਾ ਦੇ ਬਾਰੇ ਕਥਨ ਕਰਨਾ ਇੰਨਾ ਔਖਾ ਹੈ ਜਿਵੇਂ ਦੰਦਾਂ ਦੇ ਨਾਲ ਲੋਹਾ ਚਬਾਣਾ ਔਖਾ ਹੈ, ਇੰਨਾ ਔਖਾ ਹੈ। ਤੇ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਸੀ, ਆਪ ਨਰੈਣ ਕਲਾਧਾਰ, ਉਹਨਾਂ ਨੇ ਬਹੁਤ ਕੁਝ ਕਹਿ ਕੇ ਵੀ ਮਾਫੀ ਮੰਗ ਲਈ। ਨਾਨਕ ਨੀਚ ਕਹੈ ਵਿਚਾਰ, ਮੈਂ ਤੇ ਕੀ ਵਿਚਾਰ ਕਰ ਸਕਦਾ ਪਰਮੇਸ਼ਰ ਦੀ, ਤੇਰੀ ਬੇਅੰਤਤਾ ਦੀ। ਅੱਗੇ ਪਾਠ ਕਰੋ ਜੀ। जत पहारा धीरज सुनियार, जत पहारा धीरज सुनियार, अहरैन मत वेद हथियार, अहरन मत वेद हथियार, पौ खला अगन तपताओ, पौ खला अगन तपताओ, पांडा पाओ अमृत ढाल, भांडा पाओ अमृत ढाल, घड़िए सबद सच्ची टकसाल, घड़िया शब्द सच्ची टकसाल, जिनको नदर करम तिनकार, जिनको नदर करम तिनकार, नानक नदरी नदर निहाल, नानक नदरी नदर निहाल। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਇੱਕ ਸੁਨਿਆਰੇ ਦੀ ਦੁਕਾਨ ਨੂੰ ਮਹਾਰਾਜ ਜੀ ਆਧਾਰ ਬਣਾ ਕੇ ਸਾਨੂੰ ਕੁਝ ਸਮਝਾ ਰਹੇ ਨੇ ਕਿ ਸੱਚਖੰਡ ਤੱਕ ਪਹੁੰਚਣਾ ਹੈ ਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਆਪਾਂ ਨੂੰ। ਹੁਣ ਤੁਸੀਂ ਸੁਨਿਆਰੇ ਦੇ ਕੋਲ ਜਾਂਦੇ ਹੋ ਤੇ ਜਿਹੜੇ ਪੁਰਾਣੇ ਡਿਜ਼ਾਈਨ ਦੇ ਗਹਿਣੇ ਹੁੰਦੇ ਨੇ, ਤੁਸੀਂ ਦੇਖ ਕੇ ਕੀ ਆਖਦੇ ਹੋ ਕਿ ਅੱਜ ਕੱਲ੍ਹ ਦੇ ਨਵੇਂ ਡਿਜ਼ਾਈਨ ਦੇ ਬਣਾਉਣੇ ਨੇ। ਉਹ ਕੀ ਕਰੇਗਾ ਜੀ? ਪੁਰਾਣੇ ਗਹਿਣਿਆਂ ਨੂੰ ਢਾਲ ਦੇਵੇਗਾ, ਉਹਨਾਂ ਦੀ ਪਹਿਲੀ ਜੋ ਬਣਤਰ ਹੈ ਉਸ ਨੂੰ ਖਤਮ ਕਰੇਗਾ, ਫਿਰ ਨਵੀਂ ਉਹਨਾਂ ਨੂੰ ਘਾੜਤ, ਨਵਾਂ ਰੂਪ ਦੇਵੇਗਾ, ਉਹਨਾਂ ਨੂੰ ਨਵੀਂ ਘਾੜਤ ਘੜਨੀ ਉਹਨਾਂ ਦੀ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਹੀ ਕੁਝ ਕਹਿ ਰਹੇ ਨੇ ਇੱਥੇ ਕਿ ਭਾਈ ਅਸੀਂ ਆਪਣਾ ਜੀਵਨ ਘੜਨਾ ਹੈ, ਨਵੀਂ ਘਾੜਤ ਘੜਨੀ ਹੈ। ਜੋ ਪੁਰਾਣੀਆਂ ਗੱਲਾਂ ਨੇ ਉਹ ਛੱਡੋ, ਆਪਣੇ ਜੀਵਨ ਦੀ ਨਵੀਂ ਘਾੜਤ ਘੜੀਏ। ਕਿਉਂਕਿ ਜਦੋਂ ਜਾਗਦੇ ਹਾਂ ਉਦੋਂ ਹੀ ਸਵੇਰਾ ਹੈ ਨਾ ਜੀ। ਪਹਿਲਾਂ ਚਲੋ ਗਿਆਨ ਨਹੀਂ ਸੀ, ਹੁਣ ਤੇ ਬਾਬਾ ਜੀ ਬੜੀ ਕਿਰਪਾ ਕਰ ਰਹੇ। ਜਤ ਪਹਾਰਾ, ਇਹਨੂੰ ਪਹਾਰਾ ਨਹੀਂ ਬੋਲਣਾ, ਪਹਾਰਾ। ਜਤ, ਜਤ ਕਹਿੰਦੇ ਨੇ ਆਪਣੇ ਸਰੀਰ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ। ਜਿਵੇਂ ਜਤੀ ਹੁੰਦਾ ਨਾ, ਜਤ। ਪਹਾਰਾ, ਪਹਾਰਾ ਆਖਦੇ ਨੇ ਸੁਨਿਆਰੇ ਦੀ ਦੁਕਾਨ ਨੂੰ। ਧੀਰਜ ਸੁਨਿਆਰ, ਜਦ ਦੁਕਾਨ ਕਿਹਨੂੰ ਬਣਾਉਣਾ ਹੈ? ਆਪਣੇ ਮਨ ਨੂੰ, ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ ਹੈ। ਇਹ ਕੀ ਹੋਵੇ? ਇਹ ਸਾਡੀ ਗੁਰਮੁਖੋ ਸੁਨਿਆਰੇ ਦੀ ਦੁਕਾਨ। ਧੀਰਜ ਸੁਨਿਆਰ, ਧੀਰਜ ਤੋਂ ਭਾਵ ਸਹਿਜਤਾ, ਇਹ ਹੋਵੇ ਸੁਨਿਆਰਾ। ਸੁਨਿਆਰੇ ਦੀ ਬੜੀ ਸਹਿਜਤਾ ਹੁੰਦੀ ਹੈ।
ਲੁਹਾਰ ਤੇ ਫਟਾਫਟ ਥੋੜੇ ਮਾਰਦਾ ਹੈ, ਪਰ ਸੁਨਿਆਰ ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਉਹ ਕਿਵੇਂ ਬਹੁਤ ਧਿਆਨ ਰੱਖ ਕੇ ਬੜੀ ਧੀਰਜਤਾ ਦੇ ਨਾਲ, ਕਿਉਂਕਿ ਮਹਿੰਗੀ ਚੀਜ਼ ਹੈ, ਬੜੀ ਧੀਰਜਤਾ ਦੇ ਨਾਲ ਉਹ ਗਹਿਣਾ ਬਣਾਉਂਦਾ ਹੈ। ਆਪਣੇ ਜੀਵਨ ਵਿੱਚ ਧੀਰਜ ਹੋਣਾ ਚਾਹੀਦਾ ਹੈ। ਹੁਣ ਤੁਸੀਂ ਕਹੋ ਕਿ ਤੁਹਾਨੂੰ ਇੱਕੇ ਦਿਨ ਦੇ ਵਿੱਚ ਸਾਰਾ ਗਿਆਨ ਹੋ ਜਾਵੇ, ਹੋ ਨਹੀਂ ਨਾ ਸਕਦਾ। ਤੁਹਾਨੂੰ ਧੀਰਜ ਰੱਖਣਾ ਪੈਣਾ ਹੈ। ਪਾਠ ਸਿੱਖਣ ਦੇ ਵਿੱਚ ਵੀ ਤੁਹਾਨੂੰ ਧੀਰਜ ਰੱਖਣਾ ਪੈਣਾ ਹੈ। ਜੇ ਕਹੋ ਕਿ ਹਾਂ ਮਹੀਨਾ ਆਏ ਵੀ ਚਲੋ ਅਸੀਂ ਤੇ ਸਿੱਖ ਲਿਆ ਸਾਰਾ ਕੁਝ, ਧੀਰਜ ਰੱਖ ਕੇ ਚੱਲੋਗੇ, ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਵੋਗੇ। ਧੀਰਜਤਾ ਦੀ ਬਹੁਤ ਲੋੜ ਹੈ। ਪਾਠ ਕਰਦੇ ਹੋਏ ਧੀਰਜ ਰੱਖਿਆ ਕਰੋ। ਹਰ ਇੱਕ ਕੰਮ ਦੇ ਵਿੱਚ ਧੀਰਜ ਹੋਣਾ ਚਾਹੀਦਾ ਹੈ। ਮਹਾਰਾਜ ਆਖਦੇ ਨੇ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਹਥਿਆਰ, ਇਹਨੂੰ ਹਥਿਆਰ ਨਹੀਂ ਬੋਲਣਾ, ਥੱਥੇ ਤੇ ਬਿਹਾਰੀ ਹਥਿਆਰ। ਤੇ ਜਿਹੜੀ ਸਾਡੀ ਮੱਤ ਹੈ, ਅਹਰਨ ਕਿਹਨੂੰ ਕਹਿੰਦੇ ਨੇ? ਤੁਸੀਂ ਦੇਖਿਆ ਹੋਵੇਗਾ ਲੁਹਾਰ ਕੋਲ ਵੀ ਇੱਕ ਉਹ ਠੋਸ ਲੋਹਾ ਹੁੰਦਾ ਜਿਹਦੇ ਉੱਤੇ ਰੱਖ ਕੇ ਉਹ ਲੋਹਾ ਕੱਟਦਾ ਹੈ, ਉਸ ਨੂੰ ਕਹਿੰਦੇ ਨੇ। ਉਹ ਕਿਹਨੂੰ ਬਣਾਉਣਾ? ਆਪਣੀ ਮੱਤ ਨੂੰ। ਵੇਦ ਹਥਿਆਰ, ਤੇ ਮੱਤ ਦੇ ਉੱਤੇ ਹਥੌੜਾ ਕਿਹੜਾ ਮਾਰਨਾ ਹੈ? ਗਿਆਨ ਦਾ ਹਥੌੜਾ ਮਾਰਨਾ ਹੈ। ਭਉ ਖਲਾ, ਇੱਥੇ ਵਿਸ਼ਰਾਮ ਦਿਓ, ਮੱਤ ਤੇ ਵੀ ਵਿਸ਼ਰਾਮ ਆਏਗਾ। ਭਉ ਖਲਾ, ਇੱਕ ਉਹਨਾਂ ਦੇ ਕੋਲ ਧੌਂਕਣੀ ਹੁੰਦੀ ਹੈ ਜਿਹਦੇ ਨਾਲ ਉਹ ਹਵਾ ਮਾਰਦੇ ਨੇ, ਅੱਗ ਨੂੰ ਗਰਮ ਰੱਖਦੇ ਨੇ। ਤੇ ਅਸੀਂ ਵੀ ਇਹ ਅੱਗ ਜਿਹੜੀ ਹੈ ਇਹ ਠੰਡੀ ਨਹੀਂ ਹੋਣ ਦੇਣੀ। ਕੁਝ ਕੰਮ ਅਸੀਂ ਕੀ ਕਰਨਾ, ਚਾਅ ਨਾਲ ਸ਼ੁਰੂ ਤੇ ਕਰ ਲੈਂਦੇ ਹਾਂ, ਫਿਰ ਠੰਡੇ ਪੈ ਜਾਂਦੇ ਆ ਅਸੀਂ। ਵਾਹਿਗੁਰੂ ਦੀ ਬੰਦਗੀ ਵਾਲੀ ਜਿਹੜੀ ਅੱਗ ਹੈ ਇਹ ਕਦੇ ਠੰਡੀ ਨਹੀਂ ਹੋਣ ਦੇਣੀ। ਅਸੀਂ ਕਰਨੀ ਹੈ। 4 ਦਿਨ ਅੰਮ੍ਰਿਤ ਵੇਲੇ ਉਠੇ, ਚਲੋ ਜੀ, 2-4 ਦਿਨ ਸਿਮਰਨ ਕੀਤਾ, ਫਿਰ ਠੰਡੇ ਪੈ ਗਏ। ਮਹਾਰਾਜ ਆਖਦੇ ਨੇ ਭਉ ਖਲਾ। ਹੁਣ ਇੱਥੇ ਕੀ ਹੈ? ਰੱਬ ਦਾ ਡਰ ਹਮੇਸ਼ਾ ਰੱਖਣਾ ਹੈ ਮਨ ਵਿੱਚ। ਇਹ ਧੌਂਕਣੀ ਬਣਾਉਣੀ ਹੈ। ਅਗਨ ਤਪਤਾਓ, ਘਾਲ ਕਮਾਈ ਨੂੰ ਅੱਗ ਬਣਾਉਣਾ ਹੈ। ਭਾਂਡਾ ਭਉ, ਪ੍ਰੇਮ ਦਾ ਭਾਂਡਾ, ਕੁਠਾਲੀ, ਜਿਹੜਾ ਭਾਂਡਾ ਜਿਹਦੇ ਵਿੱਚ ਉਹ ਫਿਰ ਪਾਉਂਦਾ ਹੈ ਸੋਨੇ ਨੂੰ ਗਰਮ ਕਰਕੇ। ਅੰਮ੍ਰਿਤ ਤਿਤ ਢਾਲ, ਇਹਨੂੰ ਅੰਮ੍ਰਿਤ ਪੜ੍ਹਨਾ ਹੈ। ਭਾਂਡਾ ਭਉ ਤੇ ਵਿਸ਼ਰਾਮ, ਅੰਮ੍ਰਿਤ ਤਿਤ ਢਾਲ, ਤੇ ਉਸ ਦੇ ਵਿੱਚ ਨਾਮ ਨੂੰ ਪਾਉਣਾ ਕਰ। ਘੜੀਐ ਸ਼ਬਦ, ਸ਼ਬਦ ਤੇ ਵਿਸ਼ਰਾਮ, ਸ਼ਬਦ ਬੋਲਣਾ ਹੈ। ਸੱਚੀ ਟਕਸਾਲ, ਤੇ ਵਾਹਿਗੁਰੂ ਦੀ ਸੱਚੀ ਟਕਸਾਲ। ਟਕਸਾਲ ਦਾ ਅਰਥ ਜਿੱਥੇ ਸਿੱਕੇ ਘੜੇ ਜਾਂਦੇ ਨੇ, ਟਕਸਾਲ। ਤੇ ਅਸੀਂ ਗੁਰਮੁਖੋ ਸੱਚੀ ਟਕਸਾਲ ਦੇ ਵਿੱਚ ਕੀ ਘੜਨਾ ਹੈ? ਸ਼ਬਦ। ਆਪਣਾ ਜੀਵਨ, ਆਪਣਾ ਮਨ ਘੜਨਾ ਹੈ ਸ਼ਬਦ ਦੇ ਨਾਲ। ਘੜੀਐ ਸ਼ਬਦ ਸੱਚੀ ਟਕਸਾਲ, ਵਾਹਿਗੁਰੂ ਦੀ ਸੱਚੀ ਟਕਸਾਲ ਦੇ ਵਿੱਚ ਅਸੀਂ ਗੁਰਮੁਖੋ ਆਪਣਾ ਮਨ ਘੜਨਾ। ਕਿਹਦੇ ਨਾਲ? ਸ਼ਬਦ ਦੇ ਨਾਲ। ਜਿਨ ਕੋ ਨਦਰ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਵਿਸ਼ਰਾਮ ਨਦਰ ਤੇ। ਕਰਮ ਤਿਨਕਾਰ, ਫਿਰ ਉਹ ਉੱਪਰ ਦੱਸੀ ਹੋਈ ਕਾਰ ਕਰਦੇ ਨੇ। ਜਿੰਨੀਆਂ ਗੱਲਾਂ ਉੱਪਰ ਦੱਸੀਆਂ ਨੇ ਨਾ ਜਪਜੀ ਸਾਹਿਬ 'ਚ, ਫਿਰ ਉਹ ਕਾਰ ਕਰਦੇ ਨੇ, ਉਸ ਕੰਮ ਨੂੰ ਕਰਦੇ ਨੇ। ਨਾਨਕ, ਜਿਹੜੇ ਕਰਦੇ ਨੇ ਵਿਸ਼ਰਾਮ, ਨਾਨਕ ਨਦਰੀ ਨਦਰ ਨਿਹਾਲ, ਉਹਨਾਂ ਦੇ ਉੱਤੇ ਵਾਹਿਗੁਰੂ ਦੀ ਨਦਰ ਹੁੰਦੀ ਹੈ। ਤੇ ਜਿਨ੍ਹਾਂ ਤੇ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਉਹ ਫਿਰ ਨਿਹਾਲ ਹੋ ਜਾਂਦੇ ਹਨ। ਸੋ ਸਮਾਂ ਹੋ ਗਿਆ ਜ਼ਿਆਦਾ, ਆਪਾਂ ਸ਼ਲੋਕ ਦੀ ਜੋ ਵਿਆਖਿਆ ਹੈ ਉਹ ਸੋਮਵਾਰ ਕਰ ਲਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ। ਇੰਨੀ ਕੁ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।